रूप रंग अर रेख पेख, को कह ना सकत केहे। अचल मूरत अनभव प्रकाश, अमितोज कह जय। कोट इंद्र इंद्राण, शाहो शाहान गण जय। त्रिभुवन महीपसुर नर असुर, नेत नेत मन तृण कहत। तब सर्वनाम कथय कवन, कर्म नाम वर्णत सुमत। बाणी गुरु गुरु है बाणी, विच बाणी अमृत सारे। गुरबाणी कहै सेवक जन मानै, प्रतख गुरु निस्तारे। वाहिगुरु साहिब जीओ, माज महला तीजा। शब्द मरै सो मुआ जापै, काल न चापै, दुख न संतापै। शब्द मरै सो मुआ जापै, काल न चापै, दुख न संतापै। ज्योति विच मिल जोत समाणी, सुन मन सच समावणिया। हौं वारी जीओ वारी, हर कै नाए शोभा पावणिया। सतगुरु सेव सच चित लाया, गुरमति सहज समावणिया। हौ वारी जीओ वारी, हर कै नाए शोभा पावणिया। सतगुरु सेव सच चित लाया, गुरमति सहज समावणिया। वाहिगुरु जी का खालसा, वाहिगुरु जी की फतेह। जुगो जुग टल दसां पातशाहियां दी जोत, सतगुरु श्री गुरु ग्रंथ साहिब जी महाराज जी दी पवित्र हजूरी अंदर सुभाएमान देवता स्वरूप सत्कारयोग साध संगत। तुर्की बाणी दी अमृतमयी शब्द विचार कथा सरवण कर रहे हैं। अज का जो शब्द असी विचारना है, ये पावन शब्द गुरु ग्रंथ साहिब जी दे 111 अंग तो आरंभ होके 112 अंग ते संपूर्ण हुंदा है। माज महला तीजा, माज राग का नाम है। महला तीजा तो भाव तीसरे पातशाह सतगुरु श्री गुरु अमरदास जी महाराज निमाणियां दे मान, निताणियां दे तान जो हन, उन्हां दी रसना तो उच्चारण होया है। शब्द मरै सो मोआ जापै। श्री गुरु अमरदास जी इस शब्द के अंदर पहली पंक्ति विच कहंदे ने, शब्द मरै सो मोआ जापै। मौत तो गल आरंभ करते हैं, मरण तो। पर असी कई बारी सोचते हैं जी,
ਮੌਤ ਤੋਂ ਗੱਲ ਆਰੰਭ ਕਿਉਂ ਕਰ ਰਹੇ? ਮਹਾਰਾਜ ਦੱਸਦੇ ਆ ਵੀ ਮੌਤ ਵੀ ਦੋ ਤਰ੍ਹਾਂ ਦੀ ਹੁੰਦੀ ਹੈ। ਇੱਕ ਤੇ ਉਹ ਮੌਤ ਹੈ ਜਿਹੜੇ ਮਰ ਜਾਂਦੇ ਆ, ਜਦੋਂ ਆ ਜਾਂਦੀ ਆਪੇ ਹੀ, ਕੋਈ ਤਿਆਰੀ ਨਹੀਂ ਹੁੰਦੀ ਉਹਨਾਂ ਨੂੰ। ਮੌਤ ਆਉਂਦੀ ਧੱਕੇ ਨਾਲ ਲੈ ਕੇ ਜਾਂਦੀ। ਇੱਕ ਉਹ ਮੌਤ ਹੈ ਜਿਨ੍ਹਾਂ ਦੀ ਪੂਰੀ ਤਿਆਰੀ ਹੁੰਦੀ ਹੈ, ਮਰਨ ਤੋਂ ਪਹਿਲਾਂ ਹੀ ਉਹ ਪੂਰੇ ਤਿਆਰ ਹੁੰਦੇ ਆ ਤੇ ਉਹਨਾਂ ਨੂੰ ਚਾਅ ਚੜ੍ਹਿਆ ਹੁੰਦਾ ਮੌਤ ਦਾ, ਤੇ ਕੋਈ ਨਾ ਸਾਨੂੰ ਕਿਹੜਾ ਡਰ ਆ ਜਾਏ। ਜਿਵੇਂ ਕੋਈ ਬੱਚਾ ਛੁੱਟੀਆਂ ਦੇ ਵਿੱਚ ਆਪਣਾ ਕੰਮ ਪੂਰਾ ਕਰ ਲਏ ਸਕੂਲ ਦਾ, ਤੇ ਉਹਨੂੰ ਡਰ ਨਹੀਂ ਹੁੰਦਾ, ਉਹਨੂੰ ਹੁੰਦਾ ਹੈ ਕਿ ਕੋਈ ਗੱਲ ਨਹੀਂ, ਮੈਂ ਜਾਵਾਂਗਾ, ਮੇਰਾ ਕੰਮ ਪੂਰਾ, ਮੈਨੂੰ ਟੀਚਰ ਨੇ ਕੁਝ ਨਹੀਂ ਕਹਿਣਾ। ਇੱਕ ਉਹ ਵੀ ਨਲਾਇਕ ਹੁੰਦੇ ਜਿਹੜੇ ਕਰਦੇ ਕੁਛ ਨਹੀਂ, ਖੇਡਾਂ 'ਚ, ਮਸਤੀਆਂ 'ਚ, ਘੁੰਮਣ 'ਚ ਸਮਾਂ ਗਵਾ ਦਿੰਦੇ, ਤੇ ਫਿਰ ਡਰਦੇ ਬੜਾ ਨੇ ਕਿ ਸਾਹਮਣੇ ਜਾਵਾਂਗਾ ਤੇ ਕੀ ਬਣੇਗਾ। ਬਾਣੀ 'ਚ ਦੋਵੇਂ ਤਰ੍ਹਾਂ ਦਾ ਸੁਭਾਵ ਜਿਹੜਾ ਬੰਦਿਆਂ ਦਾ ਹੈ ਉਹਦਾ ਜ਼ਿਕਰ ਕੀਤਾ ਹੈ। ਇੱਕ ਉਹ ਜਿਹੜੇ ਕੁਛ ਕਰਦੇ ਨਹੀਂ, ਐਵੇਂ ਹੀ ਸਮਾਂ ਗਵਾ ਦਿੰਦੇ ਤੇ ਅੰਤ ਨੂੰ ਫਿਰ ਬੜੇ ਪਛਤਾਉਂਦੇ। ਕਬੀਰ ਜੀ ਦਾ ਸ਼ਬਦ ਆਉਂਦਾ ਹੈ, ਥਰ ਹਰ ਕੰਪੈ ਬਾਲਾ ਜੀਓ, ਨਾ ਜਾਨੋ ਕਿਆ ਕਰਸੀ ਪੀਓ, ਰਹਿਣ ਗਈ ਮਤ ਦਿਨ ਪੀ ਜਾਏ, ਭਵਰ ਗਏ ਬੱਗ ਬੈਠੇ ਆਏ। ਕਹਿੰਦੇ ਦਿਨ ਲੰਘ ਗਿਆ, ਰਾਤ ਲੰਘ ਗਈ, ਸਮਾਂ ਲੰਘਦਾ ਜਾ ਰਿਹਾ ਹੈ। ਡਰਦੀ ਹੈ ਅੰਦਰੋਂ ਰੂਹ ਜੀਵ ਦੀ, ਥਰ ਹਰ ਕੰਪੈ ਬਾਲਾ ਜੀਓ, ਨਿਆਣਾ ਬੱਚੇ ਦੀ ਤਰ੍ਹਾਂ ਕੰਬਦਾ ਹੈ। ਨਾ ਜਾਨੋ ਕਿਆ ਕਰਸੀ ਪੀਓ, ਕਹਿੰਦੇ ਹਾਏ ਪਤਾ ਨਹੀਂ ਕੀ ਕਰੇਗਾ ਮੇਰੇ ਨਾਲ, ਬਣੇਗਾ ਕੀ ਮੇਰਾ, ਸਮਾਂ ਇੱਦਾਂ ਹੀ ਗਵਾ ਲਿਆ। ਪਹਿਲੇ ਉਹ, ਫਿਰ ਇੱਕ ਉਹ ਲੋਕ ਵੀ ਹੈ ਜਿਨ੍ਹਾਂ ਨੂੰ ਬਾਬਾ ਜੀ ਦੀ ਬਾਣੀ ਵਿੱਚ ਭਗਤ ਕਬੀਰ ਜੀ ਦਾ ਸ਼ਬਦ ਹੀ ਹੈ, ਕਬੀਰ ਮੋਹੇ ਮਰਨੇ ਕਾ ਚਾਓ ਹੈ। ਕਬੀਰ ਜੀ ਕਹਿੰਦੇ ਮੈਨੂੰ ਤੇ ਚਾਅ ਚੜ੍ਹਿਆ ਪਿਆ, ਮੈਨੂੰ ਨਹੀਂ ਕੋਈ ਡਰ ਡਰ ਹੈ। ਇਹਦੇ ਵਿੱਚ ਫਰਕ ਕੀ ਹੈ? ਮਰਨਾ ਦੋਵਾਂ ਦਾ ਹੀ ਹੈ। ਇੱਕ ਨੇ ਮੌਤ ਦੀ ਕਲਾ ਸਿੱਖ ਲਈ, ਇੱਕ ਨੇ ਸਿੱਖੀ ਨਹੀਂ। ਇਹ ਵੀ ਸਿੱਖਣੀ ਪੈਂਦੀ, ਇਹ ਵੀ ਬਾਣੀ 'ਚ ਸ਼ਬਦ ਆਉਂਦਾ ਹੈ, ਇਹ ਵੀ ਕਬੀਰ ਜੀ ਦਾ ਹੀ ਹੈ। ਕਬੀਰ ਮਰਤਾ ਮਰਤਾ ਜਗ ਮੁਆ, ਮਰ ਪੇ ਨਾ ਜਾਣਿਆ ਕੋਈ। ਕਹਿੰਦੇ ਦੁਨੀਆ ਮਰੀ ਤੇ ਜਾ ਰਹੀ ਹੈ, ਇੱਕ ਵਾਰੀ ਨਹੀਂ ਕਈ ਵਾਰ ਮਰੇ ਆ। ਇੱਕੋ ਹੀ ਕੰਮ ਕਈ ਵਾਰ ਕੀਤਾ ਹੋਵੇ ਬੰਦੇ ਨੂੰ ਉਹਦਾ ਤਰੀਕਾ ਆ ਜਾਂਦਾ ਹੈ। ਪਰ ਕਹਿੰਦੇ ਹੈਰਾਨੀ ਦੀ ਗੱਲ ਇਹ ਹੈ ਕਿ ਹਜ਼ਾਰਾਂ ਵਾਰ ਲੱਖਾਂ ਵਾਰ ਮਰਿਆ, ਪਰ ਇਹਨੂੰ ਹਜੇ ਮਰਨਾ ਨਹੀਂ ਆਇਆ। ਇਹਨੂੰ ਹਜੇ ਸਮਝ ਨਹੀਂ ਆਈ ਮੌਤ ਦੀ। ਕਬੀਰ ਮਰਤਾ ਮਰਤਾ ਜਗ ਮੁਆ, ਮਰ ਭੀ ਨਾ ਜਾਣਿਆ ਕੋਏ। ਫਿਰ ਮਹਾਰਾਜ ਇਹਦੇ 'ਚ ਕਿਹੜਾ ਮਰਨ 'ਚ ਕਿਹੜੀ ਕਲਾ ਸਿੱਖਣੀ ਪੈਂਦੀ ਕੋਈ? ਕਹਿੰਦੇ ਸਿੱਖਣੀ ਇਹ ਪੈਂਦੀ, ਮਰ ਤਾਂ ਐਸਾ ਇੱਕੋ ਵਾਰ ਮਰ ਜਾ, ਮੁੜ ਮੁੜ ਮਰਨਾ ਨਾ ਪਵੇ। ਐਸੀ ਮਰਨੀ ਜੋ ਮਰੈ, ਬਹੁਰ ਨਾ ਮਰਨਾ ਹੋਏ। ਕਹਿੰਦੇ ਅਸਲ ਜਨਮ ਤੇ ਲੈ ਲਿਆ, ਹੁਣ ਜਿਹੜੀ ਤੇਰੀ ਮੌਤ ਆਵੇ ਨਾ, ਉਹ ਇਸ ਤਰ੍ਹਾਂ ਦੀ ਹੋਵੇ, ਜਸ਼ਨ ਹੋਵੇ ਕਿ ਤੂੰ ਜਦੋਂ ਜਾਵੇਂ ਮੁੜ ਆਉਣ ਦੀ ਚਿੰਤਾ ਨਾ ਹੋਵੇ ਵੀ ਮੈਂ ਮੁੜ ਆਉਣਾ ਇੱਥੇ ਦੁਨੀਆ 'ਤੇ 84 ਦੇ ਚੱਕਰ 'ਚ। ਉਹ ਕਿੱਦਾਂ ਦੀ ਆ, ਉਹ ਅੱਜ ਦੇ ਸ਼ਬਦ 'ਚ ਦੱਸ ਰਹੇ ਗੁਰੂ ਅਮਰਦਾਸ ਜੀ ਸ਼ੁਰੂਆਤ 'ਚ। ਕਹਿੰਦੇ ਸ਼ਬਦ ਮਰੈ, ਉਹ ਮੌਤ ਕਿੱਦਾਂ ਦੀ ਹੈ? ਵਾਸ਼ਨਾਵਾਂ ਨੂੰ ਮਾਰਨਾ। ਕਹਿੰਦੇ ਸ਼ਬਦ ਮਰੈ, ਜਦ ਉਹ ਸ਼ਬਦ ਨਾਲ ਉਹ ਮਰਦਾ ਕਿਵੇਂ ਆ? ਬੰਦੇ ਦੀਆਂ ਵਾਸ਼ਨਾਵਾਂ, ਮਨ,
ਕਹਿੰਦੇ ਸ਼ਬਦ ਉਹ ਬਾਣੀ ਗੁਰਬਾਣੀ ਸਤਿਗੁਰੂ ਦੀ ਧੁਰ ਕੀ ਬਾਣੀ ਉਹ ਜਣੀ ਵਾਸ਼ਨਾਵਾਂ ਨੂੰ ਮਾਰਨ ਦਾ ਤਰੀਕਾ ਦੱਸਦੀ ਹੈ। ਆਪਣੀਆਂ ਵਾਸ਼ਨਾਵਾਂ ਨੂੰ ਅਗਰ ਇਹਨਾਂ 'ਤੇ ਕਾਬੂ ਕੀਤਾ ਜਾ ਸਕਦਾ ਹੈ, ਆਪਣੇ ਮਨ ਨੂੰ ਮਾਰਨਾ ਹੈ ਤਾਂ ਉਹ ਬਾਣੀ ਰਾਹੀਂ ਮਰ ਸਕਦਾ ਹੈ, ਹੋਰ ਕੋਈ ਤਰੀਕਾ ਨਹੀਂ। ਉਂਝ ਨਹੀਂ ਇਹ ਮਰਦਾ। ਉਂਝ ਤੇ ਗ੍ਰੰਥਾਂ ਵਿੱਚ ਉਦਾਹਰਨ ਦਿੱਤੀ ਹੋਈ ਹੈ, ਧਾਰਮਿਕ ਧਰਮ ਸ਼ਾਸਤਰਾਂ ਵਿੱਚ ਕਹਿੰਦੇ ਜਿਵੇਂ ਡੱਡੂ ਨਹੀਂ ਹੁੰਦੇ ਗਰਮੀ ਰੁੱਤੇ ਬਿਲਕੁਲ ਲੁਪਤ ਹੋ ਜਾਂਦੇ ਆ, ਪਰ ਜਦੋਂ ਸਾਵਣ ਪੈਂਦਾ, ਮੀਂਹ ਪੈਂਦਾ, ਬੂੰਦਾਬਾਂਦੀ ਹੁੰਦੀ, ਡਿੱਗਦਾ ਹੈ ਅਸਮਾਨ 'ਚੋਂ ਪਾਣੀ, ਉਹ ਜਿਉਂ ਪਾਣੀ ਪੈਂਦਾ ਪਤਾ ਨਹੀਂ ਕਿੱਥੋਂ ਨਿਕਲ ਆਉਂਦੇ ਅਤੇ ਟਰੈਂ ਟਰੈਂ ਬੋਲਣ ਲੱਗ ਜਾਂਦੇ। ਇਹ ਧਰਮ ਸ਼ਾਸਤਰਾਂ ਵਿੱਚ ਉਦਾਹਰਨ ਦਿੱਤੀ ਹੈ। ਕਹਿੰਦੇ ਮਨ ਦੀ ਵੀ ਇਹੀ ਹਾਲਤ ਹੈ। ਇਹ ਇੰਨਾ ਚੰਚਲ, ਇੰਨਾ ਚਲਾਕ, ਇੰਨਾ ਸ਼ੈਤਾਨ ਹੈ ਨਾ, ਇਹਨੂੰ ਜਿੰਨਾ ਮਰਜ਼ੀ ਸਮਝਾ ਕੇ ਰੱਖੋ, ਦਬਾ ਕੇ ਰੱਖੋ, ਦਮਨ ਕਰੋ, ਇਹਦਾ ਡਰਦਾ ਛੁਪਿਆ ਰਹੇਗਾ, ਆਪਣੀ ਆਈ 'ਤੇ ਨਹੀਂ ਆਉਂਦਾ। ਪਰ ਜਦੋਂ ਹੀ ਇਹਨੂੰ ਮੌਕਾ ਮਿਲਦਾ, ਜਿਵੇਂ ਸਾਵਣ ਦੇ ਰੁੱਤੇ ਮੀਂਹ ਪੈਂਦਾ ਨਾ, ਉਦੋਂ ਹੀ ਉੱਠ ਪੈਂਦੇ ਆ ਨਾ ਛੋਟੇ ਛੋਟੇ ਡੱਡੂ ਜਿਹੇ, ਤਿਉਂ ਹੀ ਇਹ ਮਨ ਜਦੋਂ ਹੀ ਇਹਨੂੰ ਮੌਕਾ ਮਿਲਦਾ, ਕੁਸੰਗਤ ਮਿਲਦੀ ਹੈ, ਉਹਦੇ ਪ੍ਰਭਾਵ ਦੇ ਨਾਲ ਮੁੜ ਫੇਰ ਇਹ ਉਸੇ ਸਥਿਤੀ ਵਿੱਚ ਆ ਜਾਂਦਾ ਹੈ, ਛਾਲਾਂ ਮਾਰਨ ਲੱਗ ਜਾਂਦਾ ਹੈ ਇਹ ਮਨ। ਇਸ ਲਈ ਇਹਦਾ ਹੋਰ ਕੋਈ ਸੌਖਾ ਤਰੀਕਾ ਹੈ ਨਹੀਂ। ਇਹ ਅਸਲ ਸਹੀ ਰਸਤਾ ਹੈ ਜਿਹੜਾ ਮਨ ਨੂੰ ਮਾਰਨ ਦਾ, ਉਹ ਹੈ ਗੁਰਬਾਣੀ ਦੇ ਰਾਹੀਂ, ਗੁਰੂ ਸ਼ਬਦ ਦੇ ਰਾਹੀਂ। ਉਹ ਇਹ ਨਹੀਂ ਕਿ ਇੱਕੇ ਦਿਨ, ਇਹਨੂੰ ਰੋਜ਼ 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 ਕੁੱਟ ਕੁੱਟ ਮਨ ਕਸਵੱਟੀ ਲਾਏ। ਇਹ ਮਨ ਨੂੰ ਰੋਜ਼ ਹੀ ਸਮਝਾਉਣਾ ਹੈ, ਰੋਜ਼ ਰੋਜ਼ ਬਾਣੀ ਨਾਲ ਜੋੜਨਾ। ਇੱਕ ਦਿਨ ਐਸਾ ਆਏਗਾ ਕਿ ਜਦੋਂ ਬਿਲਕੁਲ ਸ਼ੁੱਧ ਹੋ ਗਿਆ ਨਾ, ਇਹਦੇ ਅੰਦਰੋਂ ਮੈਲਾਂ ਨਿਕਲ ਗਈਆਂ, ਫਿਰ ਇਹ ਮਨ ਗੁਰੂ 'ਚ ਅਭੇਦ ਹੋ ਜਾਏਗਾ। ਗੁਰਸਿੱਖ ਫਿਰ ਗੁਰੂ ਬਣ ਜਾਂਦਾ ਉਸ ਵੇਲੇ। ਜਾਂ ਦੂਜੇ ਸ਼ਬਦਾਂ 'ਚ ਇਉਂ ਕਹਿ ਲਈਏ, ਗੁਰਸਿੱਖ ਦੇ ਵਿੱਚ ਗੁਰੂ ਨਾਨਕ ਵਰਤਦਾ ਹੈ, ਉੱਥੇ ਸਿੱਖ ਦੀ ਆਪਣੀ ਹੋਂਦ ਹਸਤੀ ਨਹੀਂ ਰਹਿ ਜਾਂਦੀ। ਉੱਥੇ ਜੋ ਉਹਨੇ ਕਹਿ ਦਿੱਤਾ ਗੁਰੂ ਨਾਨਕ ਦੇ ਬੋਲ ਹੁੰਦੇ ਹਨ। ਉੱਥੇ ਪੁੱਜਿਆਂ ਦੀਆਂ ਤਾਂ ਬੜੀਆਂ ਸਾਰੀਆਂ ਸਾਖੀਆਂ ਨੇ ਕਿ ਜਦੋਂ ਉੱਥੇ ਪਹੁੰਚ ਜਾਈਦਾ ਉਸ ਮੰਜ਼ਿਲ 'ਤੇ ਉਸ ਵੇਲੇ ਉਹਨਾਂ ਗੁਰਸਿੱਖਾਂ ਦੇ ਕੋਲ ਮਹਾਰਾਜ ਨੇ ਕਿਹੜੀਆਂ ਕਿਹੜੀਆਂ ਬਰਕਤਾਂ ਦੇ ਭੰਡਾਰੇ ਦਿੱਤੇ, ਖਜ਼ਾਨਿਆਂ ਦੇ ਮੂੰਹ ਖੋਲ੍ਹੇ। ਪਰ ਉਸ ਤੋਂ ਪਹਿਲਾਂ ਜਿਹੜੀ ਸਾਧਨਾ ਦਾ ਸਮਾਂ ਨਾ, ਇਹ ਬੜਾ ਔਖਾ ਜਿਹਾ ਸਮਾਂ ਹੁੰਦਾ। ਮਨ ਬੜਾ ਡਗਮਗਾਉਂਦਾ, ਡੋਲਦਾ, ਰੋਜ਼ ਰੋਜ਼ ਤੰਗ ਕਰਦਾ, ਉੱਠਣ ਨੂੰ ਜੀ ਨਹੀਂ ਕਰਦਾ, ਚੰਗੇ ਪਾਸੇ ਲੱਗਦਾ ਨਹੀਂ, ਲਾਈਏ ਤੇ ਬੜੇ ਪ੍ਰਸ਼ਨ ਖੜੇ ਕਰਦਾ ਕਿ ਕੀ ਫਾਇਦਾ ਅੰਮ੍ਰਿਤ ਛਕਣ ਦਾ। ਕਦੇ ਨਹੀਂ ਪੁੱਛਦਾ, ਦੇਖੋ ਸ਼ਰਾਬ ਦੁਨੀਆ ਦੇ ਵਿੱਚ ਕਿੰਨੀ ਵਿਕਦੀ ਹੈ, ਪਰ ਕੋਈ ਸ਼ਰਾਬੀ ਕਦੇ ਨਹੀਂ ਪੁੱਛਦਾ ਵੀ ਸ਼ਰਾਬ ਪੀਣ ਦਾ ਕੀ ਫਾਇਦਾ। ਹਾਲਾਂਕਿ ਫਾਇਦਾ ਹੈ ਨਹੀਂ, ਉਹਦੇ ਉੱਤੇ ਵੀ ਲਿਖਿਆ ਹੋਇਆ ਵੀ ਇਹਦੇ ਨੁਕਸਾਨ ਹੈ। ਲੋਕਾਂ ਦੇ ਸਰੀਰ ਖਰਾਬ ਹੋ ਰਹੇ, ਕਿੰਨੇ ਲੋਕ ਇਹਦੇ ਨਾਲ ਮਰ ਰਹੇ ਰੋਜ਼। ਪਰ ਜਿਹੜਾ ਸ਼ਰਾਬ ਪੀਣ ਵਾਲਾ ਹੈ, ਆਪਣੀ ਜਾਨ ਨਾਲੋਂ ਵੱਧ ਕੇ ਕਹਿੰਦਾ ਵੀ ਉਹਨੂੰ ਕੁਛ ਸਮਝਾਉਣ ਲੱਗ ਜੇ ਇਹਦੇ ਨੁਕਸਾਨ, ਉਹ ਤੁਹਾਡੇ ਕੋਲ ਬੈਠਣਾ ਹੀ ਹਟ ਜੂ। ਪਰ ਹੈਰਾਨੀ ਦੀ ਗੱਲ ਇਹ ਹੈ ਮਨ ਦੀ, ਸਾਡੇ ਦੀ, ਕਿ ਮਨ ਸਾਡਾ ਅੰਮ੍ਰਿਤ ਵੇਲੇ ਨੂੰ ਕਹਿੰਦਾ ਇਹਦਾ ਕੀ ਫਾਇਦਾ। ਕੁਸੰਗਤ ਦਾ ਕਦੇ ਨਹੀਂ ਸੋਚਦਾ ਵੀ ਜਿਹੜੀ ਮੈਂ ਬੈਠਾ ਗੱਪਾਂ ਮਾਰੀ ਜਾਂਦਾ, ਨਿੰਦਿਆ ਕਰੀ ਜਾਂਦਾ, ਚੁਗਲੀ ਕਰੀ ਜਾਂਦਾ, ਇਹਦਾ ਮੈਨੂੰ ਕੀ ਫਾਇਦਾ। ਪਰ ਜੇ ਇਹਨੂੰ ਆਖੀਏ ਗੁਰਦੁਆਰੇ ਆ ਬਾਣੀ ਪੜ੍ਹ ਲੈ, ਤੇ ਅੱਗੋਂ ਜ਼ਰੂਰ ਸਵਾਲ ਕਰਦਾ ਕੀ ਫਾਇਦਾ, ਕੀ ਲਾਭ ਹੈ। ਜੇ ਤਾਂ ਵੇਖਣੇ ਦੇ ਲਾਭ, ਫਿਰ ਤਾਂ ਸੁਖਮਨੀ ਸਾਹਿਬ ਪੜ੍ਹ ਲਓ, ਉਹਦੇ ਵਿੱਚ ਬੜੇ ਸਾਰੇ ਲਾਭ ਦੱਸਿਆ। ਸਿਮਰੋ ਸਿਮਰ ਸਿਮਰ ਸੁਖ ਪਾਵੋ,
कल कलेश तन माहे मिटावो, सिमराओ जास विसंबर एकै, नाम जपत अगंत अनेकै। वेद पुराण सिमरत सुधाखिर, कीने राम नाम एक आखर। किनका एक जिस जी वसावै, कांकी महिमा गनी ना आवै। कांखी एकै दर्श तुहारो, नानक उन संग मोहे उधारो। किते पढ़ के वेखो सुखमनी साहब, प्रभ कै सिमरन गर्भ ना वसै, प्रभ कै सिमरन दुख जम नसै, प्रभ कै सिमरन काल पर हरै, प्रभ कै सिमरन दुश्मन टरै। प्रभ सिमरत कछ विघ्न न लागै, प्रभ कै सिमरन अन दिन जागै। किते पढ़ो, ये तो वेखना लाभ, वो भी दस्या बाणी च। पर उंज महाराज ने ये समझाया कि ਜਿਹੜਾ ਸਾਧਨਾ ਦਾ ਸਮਾਂ ਹੁੰਦਾ ਹੈ, ਇਹਦੇ ਵਿੱਚ ਮਨ ਕਈ ਵਾਰੀ ਕਈ ਤਰ੍ਹਾਂ ਦੀਆਂ ਹੀਲ ਹੁਜਤਾਂ ਕਰਦਾ, ਡੋਲਦਾ ਹੈ, ਪਰ ਗੁਰਸਿੱਖੋ ਮਨ ਨੂੰ ਡੋਲਣ ਨਹੀਂ ਦੇਣਾ। ਇਹਨੂੰ ਸਮਝਾ ਕੇ ਰੱਖਣਾ, ਡਗਮਗ ਛਾੜ ਰੇ ਮਨ ਬੌਰਾ। ਹੁਣ ਤੇ ਡਗਮਗਾ ਨਾ, ਹੁਣ ਇਸੇ ਰਾਹ 'ਤੇ ਚੱਲੀ ਚੱਲ। ਛਾੜ ਰੇ ਮਨ ਬੌਰਾ, ਡਗਮਗ ਛਾੜ ਰੇ ਮਨ ਬੌਰਾ, ਅਬ ਤੋ ਜਰੇ ਮਰੇ ਸਿੱਧ ਪਾਈਐ, ਲੀਨੋ ਹਾਥ ਸੰਦੌਰਾ। ਇਉਂ ਕਰਦੇ ਕਰਦੇ ਆਖਰ ਸ਼ਬਦ ਮਨ ਵਿੱਚ ਵਸ ਜਾਂਦਾ, ਬਾਣੀ। ਅਤੇ ਮਨ ਵਿੱਚ ਜਦੋਂ ਬਾਣੀ ਵਸ ਜਾਏ, ਉਦੋਂ ਸਰੀਰ ਦੀ ਮੌਤ ਹੋਣ ਤੋਂ ਪਹਿਲਾਂ ਪਹਿਲਾਂ ਮਨ ਦੇ ਅੰਦਰਲੀਆਂ ਵਾਸ਼ਨਾਵਾਂ ਦੀ ਮੌਤ ਹੋ ਜਾਂਦੀ। ਆਮ ਤੌਰ 'ਤੇ ਕੀ ਹੁੰਦਾ, ਲੋਕਾਂ ਦੇ ਸਰੀਰ ਮਰ ਜਾਂਦੇ ਆ, ਜਾਣੀ ਸਰੀਰਾਂ ਨੂੰ ਆਤਮਾ ਛੱਡ ਕੇ ਚਲੀ ਜਾਂਦੇ, ਪਰ ਮਨ ਨਹੀਂ ਮਰਦੇ, ਵਾਸ਼ਨਾਵਾਂ ਨਹੀਂ ਮਰਦੀਆਂ। ਅਤੇ ਉਹ ਵਾਸ਼ਨਾਵਾਂ ਮੁੜ ਫਿਰ ਬੰਦੇ ਨੂੰ ਦੁਬਾਰਾ ਲੈ ਕੇ ਆਉਂਦੀਆਂ ਹਨ। ਵਾਸ਼ਨਾਵਾਂ ਨਹੀਂ ਮਰਦੀਆਂ। ਇੱਕ ਛੋਟੀ ਜਿਹੀ ਵਾਸ਼ਨਾ ਬੰਦੇ ਦੇ ਮਨ ਦੀ ਉਹਨੂੰ ਦੁਬਾਰਾ ਜਨਮ ਲੈਣ ਲਈ ਮਜਬੂਰ ਕਰ ਦਿੰਦੀ ਹੈ। ਇਹ ਬਾਣੀ ਵਿੱਚ ਬੜੇ ਸਾਰੇ ਇਸ ਤਰ੍ਹਾਂ ਦੀਆਂ ਉਦਾਹਰਨਾਂ ਦਿੱਤੀਆਂ ਮਹਾਰਾਜ ਨੇ ਗੁਰੂ ਗ੍ਰੰਥ ਸਾਹਿਬ ਵਿੱਚ, ਕਿ ਜੇਕਰ ਕੋਈ ਬੰਦਾ ਮਰਨ ਤੱਕ ਵਾਸ਼ਨਾਵਾਂ ਵਿੱਚ ਘਿਰਿਆ ਅਤੇ ਉਹ ਮਰਨ ਲੱਗਿਆਂ ਕੋਈ ਬੰਦਾ ਧਨ ਦੀ ਪੈਸੇ ਦੀ ਇੱਛਾ ਵਿੱਚ ਹੋਵੇ, ਮੈਨੂੰ ਪੈਸਾ ਮੇਰਾ ਮਿਲੇ, ਕਹਿੰਦੇ ਇੰਨੀ ਕੁ ਵਾਸ਼ਨਾ ਜਿਹੜੀ ਪੈਸੇ ਦੀ ਮਰਨ ਲੱਗਿਆਂ ਜਿਹੜੀ ਸੋਚੀ ਹੈ, ਜੇ ਉਹੀ ਮਨ ਵਿੱਚ ਹੈ, ਅਤੇ ਬਾਣੀ ਵਿੱਚ ਮਹਾਰਾਜ ਕਹਿੰਦੇ ਕਿ ਉਹ ਬੰਦਾ ਫਿਰ ਸੱਪ ਦੀ ਯੋਨੀ 'ਚ ਜਾਂਦਾ ਹੈ। ਸੱਪ ਕੋਈ ਬਾਹਲਾ ਸੌਖਾ ਨਹੀਂ ਹੁੰਦਾ। ਮਾੜੀ ਜਿਹੀ ਕੋਈ ਕਿਤੇ ਚੀਜ਼ 'ਚ ਪੂੰਛ ਫਸ ਜਾਏ, ਕੋਈ ਮਾੜਾ ਜਿਹਾ ਪਥਰੀਲੇ ਰਾਹ ਦੇ ਉੱਤੋਂ ਦੀ ਲੰਘ ਜਾਏ, ਕੋਈ ਕੰਡਾ ਚੁੱਭ ਜਾਏ, ਕੋਈ ਕੁਛ ਹੋਰ ਹੋ ਜਾਏ, ਚੁੱਭਦਾ ਹੀ ਰਹਿੰਦਾ। ਫਿਰ ਕੀ ਹੈ, ਜਿੱਥੇ ਮਾੜਾ ਜਿਹਾ ਜ਼ਖਮ ਹੋ ਜਾਏ ਉੱਥੇ ਹੀ ਕੀੜੀਆਂ ਚਿੰਬੜਦੀਆਂ ਉਹਨੂੰ, ਅਤੇ ਉਹ ਕੀੜੀਆਂ ਜਦੋਂ ਉਹਦੇ ਸਰੀਰ ਨੂੰ ਚਿੰਬੜਦੀਆਂ, ਜਿਉਂਦਾ ਹੁੰਦਾ ਹੈ, ਮਾਸ ਦੇ ਅੰਦਰ ਵੜ ਜਾਂਦੀਆਂ, ਅੰਦਰਲੇ ਪਾਸੇ। ਅਤੇ ਤੁਸੀਂ ਹੈਰਾਨ ਹੋਵੋਗੇ ਜੋ ਉਹਨਾਂ ਦੀ ਹਾਲਤ ਹੁੰਦੀ ਹੈ, ਦੁੱਖ ਹੁੰਦਾ, ਬੜਾ ਦਰਦ ਹੁੰਦਾ, ਅੰਦਰੋਂ ਅੰਦਰ ਹੀ ਸੜਦਾ। ਅਤੇ ਇਹ ਹਾਲਤ ਸੱਪ ਦੀ ਹੋ ਜਾਂਦੀ ਹੈ। ਜਦੋਂ ਇਹ ਬਣਦਾ ਕੌਣ ਹੈ, ਜਿਹੜਾ ਕੇਵਲ ਮਾਇਆ ਕਰਦਾ ਮਰ ਜਾਏ। ਸੌਖਾ ਕੰਮ ਹੈ ਕਿਤੇ। ਗੁਰੂ ਨਾਨਕ ਦੇਵ ਮਹਾਰਾਜ ਇੱਕ ਵਾਰ ਲਾਹੌਰ ਗਏ, ਉੱਥੇ ਸੇਠ ਸੀ ਇੱਕ, ਦੁਨੀ ਚੰਦ ਨਾਂ ਸੀ ਉਹਦਾ। ਉਹ ਮਹਾਰਾਜ ਨੂੰ ਕਹਿੰਦਾ, ਜੀ ਸਾਡੇ ਘਰ ਆਓ, ਮੈਂ ਲੰਗਰ ਪਾਣੀ ਕੀਤਾ ਹੈ ਆਪਣੇ ਬਜ਼ੁਰਗਾਂ ਦੇ ਭਲੇ ਵਾਸਤੇ। ਉਹਨੂੰ ਉਹ ਪਿੱਤਰਾਂ ਨੂੰ ਦੇਣ ਵਾਸਤੇ ਕਿਹਾ ਉਹਨੇ, ਜਾਣੀ ਸ਼ਰਾਧ ਕਹਿ ਦਿੰਦੇ ਆ ਉਹਨੂੰ। ਗੁਰੂ ਜੀ ਕਹਿੰਦੇ ਬਈ ਅਸਲ ਸ਼ਰਾਧ ਤਾਂ ਇਹ ਹੈ ਕਿ ਬੰਦਾ ਨਾਮ ਜਪੇ, ਸਿਮਰਨ ਕਰੇ, ਬਾਣੀ ਪੜ੍ਹੇ। ਸਿਮਰਨ ਦੇ ਨਾਲ ਬੰਦੇ ਦਾ ਪਰਲੋਕ ਸਵਰਦਾ। ਬਾਅਦ ਵਿੱਚ ਮਰਨ ਤੋਂ ਬਾਅਦ ਕੋਈ ਘਰ ਦੇ ਰੋਟੀਆਂ ਖਵਾ ਦੇਣ, ਕਾਵਾਂ ਨੂੰ, ਕੁੱਤੇ ਤਾਂ ਖਾ ਸਕਦੇ, ਕਾਂ ਤਾਂ ਖਾ ਸਕਦੇ, ਬੰਦੇ ਤੱਕ ਨਹੀਂ ਪਹੁੰਚਦਾ। ਖੁਦ ਜਿਉਂਦੇ ਜੀ ਬੰਦਾ ਸਿਮਰਨ ਕਰੇ ਤਾਂ ਭਲਾ ਹੋ ਸਕਦਾ ਹੈ।
ਤੇ ਜਿਹੜੇ ਉਹਦੇ ਰਿਸ਼ਤੇਦਾਰ ਸਾਕ ਸੰਬੰਧੀ ਉਹਦੇ ਲਈ ਬਾਅਦ ਵਿੱਚ ਸ਼ਰਾਧ ਕਰਦੇ ਆ, ਉਹਨਾਂ ਨੂੰ ਸਿੱਖਿਆ ਇਹ ਆ ਬਾਣੀ ਦੀ ਕਿ ਜਿਉਂਦੇ ਜੀ ਪਿੱਤਰਾਂ ਦਾ ਸਤਿਕਾਰ ਕਰ ਲਓ, ਬਜ਼ੁਰਗਾਂ ਦਾ, ਇਹਨਾਂ ਦਾ ਆਦਰ ਕਰੋ, ਇਹਨਾਂ ਨੂੰ ਸਮੇਂ 'ਤੇ ਭੋਜਨ ਦਿਓ, ਖੁਰਾਕ ਦਿਓ, ਜਿਸ ਤਰ੍ਹਾਂ ਦੀ ਕੱਪੜਾ ਵਸਤਰ ਦਿਓ, ਇਹਨਾਂ ਨੂੰ ਰਹਿਣ ਦੇ ਲਈ ਚੰਗੀ ਥਾਂ ਦਿਓ। ਇਹੀ ਹੈ, ਮਰਨ ਤੋਂ ਬਾਅਦ ਕਿਸੇ ਪੰਡਤ ਨੂੰ ਜਾਂ ਕੁੱਤਿਆਂ ਨੂੰ, ਕਾਵਾਂ ਨੂੰ ਖਵਾਉਣ ਦੀ ਲੋੜ ਨਹੀਂ, ਜਿਉਂਦੇ ਜੀ ਪਿੱਤਰਾਂ ਦੀ ਸੇਵਾ ਕਰੋ, ਤੁਹਾਡੀ ਇਹ ਜ਼ਿੰਮੇਵਾਰੀ। ਅਤੇ ਜਿਹੜਾ ਪਿੱਤਰ ਹੈ, ਬਜ਼ੁਰਗ ਹੈ, ਉਹਦੀ ਜ਼ਿੰਮੇਵਾਰੀ ਇਹ ਹੈ ਵੀ ਜਿਉਂਦੇ ਜੀ ਆਪਣਾ ਹਿਸਾਬ ਕਿਤਾਬ ਪੂਰਾ ਕਰ ਲੈ। ਜੇ ਮਰਨ ਤੋਂ ਬਾਅਦ ਸੋਚੇ, ਬਾਣੀ ਨੇ ਕਹਿ ਦਿੱਤਾ, ਜੀਵਤ ਪਿੱਤਰ ਨਾ ਮਾਨੈ ਕੋਊ, ਮੂਏ ਸ਼ਰਾਧ ਕਰਾਈ, ਪਿੱਤਰ ਭੀ ਬਪਰੇ ਕਹੋ ਕਿਉਂ ਪਾਵੈ, ਕਊਆ ਕੂਕਰ ਖਾਹੀ। ਕਹਿੰਦੇ ਜਿਉਂਦੇ ਜੀ ਪਿੱਤਰਾਂ ਨੂੰ ਪੁੱਛਦੇ ਤੱਕ ਨਹੀਂ, ਪਾਣੀ ਦੇ ਗਲਾਸ ਤੋਂ ਮਰ ਜਾਂਦੇ ਆ ਬਜ਼ੁਰਗ ਪਿਆਸੇ, ਅਤੇ ਮਰਨ ਤੋਂ ਬਾਅਦ ਉੱਥੇ ਛਬੀਲ ਲਾ ਕੇ ਖੜ੍ਹ ਜਾਂਦੇ ਆ ਕਿ ਅਸੀਂ ਕਿਸੇ ਨੂੰ ਪਿਆਸਾ ਨਹੀਂ ਲੰਘਣ ਦੇਣਾ। ਕਹਿੰਦੇ ਕੀ ਫਾਇਦਾ ਹੋਇਆ, ਸ਼ਰਾਧ ਕਰਦੇ ਫਿਰਦੇ ਹੋ। ਕਹਿੰਦੇ ਸ਼ਰਾਧ ਦਾ ਕੀ ਲਾਭ ਹੈ, ਕਾਂ ਅਤੇ ਕੁੱਤੇ ਖਾਂਦੇ ਆ, ਇਉਂ ਬਾਣੀ ਤਾਂ ਇਉਂ ਕਹਿੰਦੀ ਆ। ਪਰ ਗੁਰੂ ਨਾਨਕ ਦੇਵ ਮਹਾਰਾਜ ਨੂੰ ਕਹਿਣ ਲੱਗਾ, ਕਹਿੰਦਾ ਜੀ ਸਾਡੇ ਬਜ਼ੁਰਗ ਵਾਸਤੇ, ਮਹਾਰਾਜ ਕਹਿੰਦੇ ਭਾਈ ਇਹ ਕੀ ਕਰ ਰਿਹਾ ਤੂੰ? ਕਹਿੰਦਾ ਜੀ ਬਜ਼ੁਰਗ ਸਵਰਗ 'ਚ ਬੈਠਾ ਹੈ। ਪੰਡਤ ਨਾ ਇੱਕ ਤਾਂ ਬੜਾ ਉਲਝਣ ਤਾਣੀ 'ਚ ਪਾ ਦਿੰਦੇ ਆ ਬੰਦੇ ਨੂੰ, ਇਹ ਪਖੰਡੀ ਹੁੰਦੇ ਜਿਹੜੇ ਕਈ ਤਰ੍ਹਾਂ ਦੇ ਹੁੰਦੇ। ਇੱਕ ਤਾਂ ਚੰਗੇ ਵਿਦਵਾਨ, ਸ਼ਾਸਤਰ ਦੇ ਜਾਣਨ ਵਾਲੇ ਸ਼ਾਸਤਰੀ ਲੋਕ ਹੈ, ਆਚਾਰੀਆ ਲੋਕ ਹੈ, ਉਹ ਤਾਂ ਨਿਰੋਲ ਧਰਮ ਦੀ ਗੱਲ ਕਰਦੇ, ਉਹ ਤਾਂ ਆਤਮਾ ਦੀ ਗੱਲ ਕਰਦੇ। ਜਿਨ੍ਹਾਂ ਨੇ ਕੋਈ ਪੜ੍ਹਿਆ ਨਾ ਕਿਸੇ ਗੁਰੂ ਤੋਂ, ਉਸਤਾਦ ਤੋਂ, ਜਿਹੜਾ ਤੱਤਵ ਗਿਆਨ ਹੈ, ਜਿਹੜਾ ਸਿਧਾਂਤ ਪੜ੍ਹਿਆ, ਉਪਨਿਸ਼ਦ ਇਤਿਆਦਿਕ ਪੜ੍ਹੀਆਂ, ਸ਼ਾਸਤਰ ਪੜ੍ਹੇ, ਉਹ ਤਾਂ ਹੈ ਚੰਗੇ। ਪਰ ਬਹੁਤੇ ਤਾਂ ਜਿਹੜੇ ਅਸ਼ਾਸਤਰੀ ਹੈ ਨਾ, ਪੜ੍ਹੇ ਲਿਖੇ ਨਹੀਂ, ਉਹ ਤਾਂ ਬਸ ਲੋਕਾਂ ਨੂੰ ਨਾ ਉਲਝਣ ਤਾਣੀ 'ਚ ਪਾਉਂਦੇ ਆ। ਬੜੇ ਵਿਦਵਾਨਾਂ ਨੇ, ਸਨਾਤਨ ਮਤਿਆਂ ਨੇ ਇੱਥੇ ਤੱਕ ਲਿਖਿਆ ਵੀ ਜਿਹੜਾ ਪੰਡਤ ਪੜ੍ਹਿਆ ਨਹੀਂ, ਵੇਦ ਗਿਆਨ ਨਹੀਂ ਜਾਣਿਆ ਜਿਸ ਨੇ, ਉਹ ਤਾਂ ਮੂਰਖ ਹੈ। ਉਹ ਮੂਰਖ ਨੂੰ ਤਾਂ ਕਹਿ ਲਓ ਕਿ ਆਪਣੇ ਕਿਸੇ ਸਮਾਗਮ 'ਤੇ, ਪ੍ਰੋਗਰਾਮ 'ਤੇ ਸੱਦਣਾ ਵੀ ਪਾਪ ਲੱਗਦਾ। ਜਿਹੜਾ ਤਾਂ ਕੁਛ ਜਾਣਦਾ, ਪੜ੍ਹਿਆ ਲਿਖਿਆ, ਕੋਈ ਤੁਸੀਂ ਸਿੱਖ ਮੱਤ 'ਚ ਤਾਂ ਹੈ ਨਹੀਂ, ਇਹ ਹਿੰਦੂ ਮੱਤ ਚਲਾ ਲਓ, ਉਹ ਜੱਗ ਕਰਦੇ ਆ, ਕੋਈ ਹਵਨ ਕਰਦੇ ਆ, ਉਹ ਤਾਂ ਪੜ੍ਹੂਗੇ ਮੰਤਰ ਉਹਨਾਂ ਦੀ ਜਿਹੜੀ ਹੈ ਗ੍ਰੰਥਾਂ 'ਚ। ਜਿਹੜਾ ਪੜ੍ਹਿਆ ਨਹੀਂ, ਉਹ ਤਾਂ ਲੋਟਾ ਇੱਥੇ ਰੱਖ ਦਿਓ ਅਤੇ ਲੋਟਾ ਇੱਥੇ ਰੱਖ ਦਿਓ, ਅਤੇ ਇਹਨੂੰ ਟੇਢਾ ਮਾਰ ਦਿਓ, ਅਤੇ ਇਹਨੂੰ ਮੂਧਾ ਮਾਰ ਦਿਓ, ਇਹਨਾਂ ਚੀਜ਼ਾਂ 'ਚ ਉਲਝਾ ਕੇ ਅਤੇ ਆਹ ਕੁਛ ਕਰਦੇ ਆ। ਧਾਗਾ ਇੱਦਾਂ ਬੰਨ੍ਹ ਦਿਓ ਅਤੇ ਲਾਲ ਰੰਗ ਦਾ ਹੋਵੇ ਅਤੇ ਪੀਲੇ ਰੰਗ ਦਾ, ਆਹੀ ਕੁਛ ਹੈ। ਸਾਡੇ 'ਚ ਵੀ ਇਹ ਕੁਛ ਆ ਵੜਿਆ। ਇਹ ਤਾਂ ਕੋਈ ਦੋ ਅੱਖਰ ਬਾਣੀ ਦੇ ਸਮਝੇ ਆ ਕਿਤੋਂ, ਉਹਨੂੰ ਤਾਂ ਸਮਝ ਆ, ਨਹੀਂ ਤਾਂ ਸਾਧਾਂ ਦੇ ਚੇਲੇ ਆ ਕੇ ਸਾਧ ਦੀ ਗੱਦੀ ਇੰਨੀ ਉੱਚੀ ਹੋਣੀ ਚਾਹੀਦੀ ਹੈ, ਇੰਨੀ ਚੌੜੀ ਹੋਣੀ ਚਾਹੀਦੀ ਹੈ, ਇਹ ਤਾਂ ਇਸ ਰੰਗ ਦਾ ਕੱਪੜਾ ਵਿਛਾਓ ਅਤੇ ਇਉਂ ਹੋਵੇ, ਅਤੇ ਤੌਲੀਆ ਆਹ ਰੰਗ ਦਾ ਹੋਵੇ, ਇੱਦਾਂ ਹੀ ਫਸੇ ਰਹਿੰਦੇ ਆ। ਇਹਨੂੰ ਧਰਮ ਬਣਾ ਲੈਂਦੇ। ਮੂਰਖ ਲੋਕਾਂ ਦੀ ਗੱਲ ਹੈ। ਜਦੋਂ ਵੀ ਧਰਮ ਮੂਰਖ ਲੋਕਾਂ ਦੇ ਹੱਥ ਆਇਆ, ਫਿਰ ਧਰਮ ਅਲੋਪ ਹੋ ਜਾਂਦਾ। ਧਰਮ ਦੇ ਨਾਂ 'ਤੇ ਉਹ ਮੂਰਖ ਲੋਕ ਧਾਰਮਿਕ ਬਣ ਕੇ ਬਹਿ ਜਾਂਦੇ। ਉਹ ਧਰਮ ਕਹਿੰਦੇ ਆ ਜਿਹੜਾ ਧਰਮ ਹੁੰਦਾ ਹੀ। ਧਰਮ ਦਾ ਕੀ ਸੰਬੰਧ ਆ ਗੱਦੀ ਦੇ ਨਾਲ, ਉਹਦੇ ਨਾਲ, ਪੀੜ੍ਹੀ ਦੇ ਨਾਲ? ਅੱਗੇ ਖੜਾਮਾਂ ਦੇ ਥੱਲੇ ਇਸ ਤਰ੍ਹਾਂ ਦੀ ਚੀਜ਼ ਰੱਖੋ, ਆ ਰੱਖੋ ਬਾਬੇ ਦੀਆਂ ਜੁੱਤੀਆਂ ਥੱਲੇ। ਇਹ ਬਾਹਰਲੀ ਕਿਰਿਆ 'ਚ ਫਸ ਕੇ ਰਹਿ ਜਾਂਦੇ ਕੇਵਲ ਬੰਦੇ। ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਕਿਤੇ ਉਹਨਾਂ ਦੀ ਬਾਣੀ 33 ਸਵਈਏ ਪੜ੍ਹਿਓ, ਉਹਦੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਪਖੰਡ ਦੀਆਂ, ਜਿਹਨੂੰ ਧੱਜੀਆਂ ਕਹਿੰਦੇ ਨਾ, ਉਹ ਉਡਾ ਕੇ ਰੱਖਤੀਆਂ। ਇਕੱਲੀ ਇਕੱਲੀ ਚੀਜ਼ ਦੇ ਮਹਾਰਾਜ ਨੇ ਦੱਸਿਆ ਉਹਦੇ ਵਿੱਚ ਵੀ ਕਿੱਦਾਂ ਕਿੱਦਾਂ ਪਖੰਡ ਫੈਲਦਾ ਅਤੇ ਕਿਹੜਾ ਕਿਹੜਾ ਪਖੰਡੀ ਹੈ। ਚਲੋ ਰਹੋ ਵਿਚਾਰ। ਇਉਂ ਬੜਾ ਕੁਝ ਚੱਲਦਾ।
ਉਹਨੂੰ ਸੇਠ ਦੁਨੀ ਚੰਦ ਨੂੰ ਵੀ ਕੋਈ ਇੱਦਾਂ ਦਾ ਪਖੰਡੀ ਪੰਡਤ ਲੱਭ ਪਿਆ। ਉਹਨੇ ਉਹਨੂੰ ਸ਼ਰਾਧ ਦੀ ਸਲਾਹ ਦੇ ਦਿੱਤੀ ਅਤੇ ਕਹਿੰਦਾ ਤੇਰਾ ਬਜ਼ੁਰਗ ਤਾਂ ਸਵਰਗ ਵਿੱਚ ਬੈਠਾ ਭੁੱਖਾ ਮਰ ਰਿਹਾ ਹੈ, ਸ਼ਰਾਧ ਕਰਕੇ ਉਹਦੇ ਤੱਕ ਰੋਟੀ ਪਹੁੰਚਦੀ ਕਰ। ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਦੋਂ ਮਹਾਰਾਜ ਦੇ ਖਹਿੜੇ ਪਿਆ ਨਾ, ਕਹਿੰਦਾ ਜੀ ਤੁਸੀਂ ਜ਼ਰੂਰ ਆਓ, ਤੁਹਾਨੂੰ ਮੈਂ ਭੋਜਨ ਕਰਾਉਣਾ ਹੈ, ਸਾਡੇ ਬਜ਼ੁਰਗਾਂ ਤੱਕ ਸਵਰਗ 'ਚ ਪਹੁੰਚੂ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਹੱਸ ਪਏ, ਕਹਿੰਦੇ ਤੇਰੇ ਬਜ਼ੁਰਗ ਸਵਰਗ 'ਚ ਤਾਂ ਹੈ ਹੀ ਨਹੀਂ, ਕਿ ਰੋਟੀ ਕਿਵੇਂ ਪਹੁੰਚ ਜੂ ਉਹਨਾਂ ਤੱਕ। ਕਹਿੰਦਾ ਜੀ ਪੰਡਤ ਤਾਂ ਇਹੀ ਕਹਿੰਦਾ। ਮਹਾਰਾਜ ਕਹਿੰਦੇ ਪੰਡਤ ਤਾਂ ਚੱਲ ਕੁਛ ਮਰਜ਼ੀ ਕਹੀ ਜਾਵੇ, ਉਹਦਾ ਕੰਮ ਹੈ ਲੋਕਾਂ ਨੂੰ ਉਲਝਣ ਤਾਣੀ ਵਾਲੇ ਪਾਸੇ ਪਾ ਕੇ ਪੈਸੇ ਖੱਟਣੇ। ਫਿਰ ਉਹ ਕਹਿੰਦਾ ਮਹਾਰਾਜ ਮੇਰਾ ਬਾਪੂ ਕਿੱਥੇ? ਮਹਾਰਾਜ ਕਹਿੰਦੇ ਦੇਖਣਾ। ਕਹਿੰਦਾ ਹਾਂ। ਮਹਾਰਾਜ ਕਹਿੰਦੇ ਚੰਗਾ। ਫਿਰ ਮਹਾਰਾਜ ਨੇ ਆਤਮ ਸੱਤਿਆ ਵਰਤੀ ਉੱਥੇ। ਗੁਰੂ ਨਾਨਕ ਦੇਵ ਜੀ ਕਹਿੰਦੇ ਚੱਲ ਫਿਰ ਥੋੜ੍ਹਾ ਜਿਹਾ ਬਾਹਰ ਨੂੰ ਗਏ ਜੰਗਲ ਵੱਲ ਨੂੰ, ਉੱਥੇ ਇੱਕ ਬਘਿਆੜ ਖੜਾ। ਮਹਾਰਾਜ ਕਹਿੰਦੇ ਆ ਤੇਰਾ ਬਾਪ? ਕਹਿੰਦਾ ਮਹਾਰਾਜ ਤਾਂ ਬਘਿਆੜ ਹੈ। ਗੁਰੂ ਜੀ ਕਹਿੰਦੇ ਹਾਂ ਇਹੀ ਤਾਂ ਹੈ, ਫਿਰ ਆਹ ਬਣਿਆ ਫਿਰਦਾ, ਜਾ ਮਿਲ ਲੈ। ਕਹਿੰਦਾ ਜੀ ਮੈਨੂੰ ਖਾ ਤਾਂ ਨਹੀਂ ਜਾਊਗਾ? ਮਹਾਰਾਜ ਕਹਿੰਦੇ ਨਾ ਹੁਣ ਨਹੀਂ ਤੈਨੂੰ ਕੁਛ ਕਹਿਣਾ ਇਹਨੇ, ਜਾਂ ਕੋਲ ਚਲਾ ਜਾ। ਫਿਰ ਹੱਥ ਜੋੜ ਕੇ ਮਹਾਰਾਜ ਦੇ ਚਰਨੀ ਡਿੱਗਿਆ ਇਹ, ਕਹਿੰਦਾ ਮਹਾਰਾਜ ਮੇਰੇ ਪਿਓ ਦੀ ਕਲਿਆਣ ਕਰੋ। ਕਹਿੰਦੇ ਕਰਾ ਲੈ, ਜਿਨ੍ਹਾਂ ਨੂੰ ਖੀਰ ਖਵਾਉਣਾ ਪੂੜੇ ਖਵਾਉਣਾ। ਕਹਿੰਦਾ ਨਾ ਜੀ ਹੁਣ ਨਹੀਂ, ਤੁਸੀਂ ਕਰੋ, ਕਿਰਪਾ ਕਰੋ। ਫਿਰ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਨੇ ਉਹ ਬਘਿਆੜ ਦੀ ਕਲਿਆਣ ਕੀਤੀ। ਅਤੇ ਫਿਰ ਮਹਾਰਾਜ ਨੇ ਇਹ ਦੱਸਿਆ ਕਿ ਅੰਤ ਸਮੇਂ ਮਰਨ ਲੱਗਿਆ ਨਾ, ਇਹਦਾ ਧਿਆਨ ਸੀ ਜਿਹੜਾ, ਉਹ ਵਾਸ਼ਨਾ ਮਰੀ ਨਹੀਂ ਸੀ, ਮਰਤੇ ਸਰੀਰ 'ਤੇ ਮਰ ਰਿਹਾ ਸੀ, ਛੁੱਟ ਰਿਹਾ ਸੀ, ਪਰ ਮਨ ਨਹੀਂ ਹਜੇ ਹਟਿਆ ਸੀ। ਮਨ ਵਿੱਚ ਕੋਈ ਵੀ ਵਾਸ਼ਨਾ ਆ ਜਾਏ, ਕੋਈ ਮਾਸ ਖਾਣ ਦੀ ਆ ਜਾਏ, ਪੋਹੀਆਂ ਜੀਆਂ ਜੁੰਨੀਆਂ ਚਲਾ ਜਾਂਦਾ। ਹੁਣ ਬਾਣੀ ਸੱਪ ਦੇਖੋ, ਪੈਸੇ 'ਚ ਚਲਾ ਜਾਏ ਧਿਆਨ ਅਤੇ ਸੱਪ ਬਣ ਜਾਂਦਾ ਹੈ। ਉਹ ਧਰਤੀ 'ਚ ਦੱਬੇ ਪੈਸਿਆਂ 'ਤੇ ਫਿਰ ਕੁੰਡਲੀਆਂ ਮਾਰ ਮਾਰ ਕੇ ਕੁੰਡਲਨੀ ਮਾਰ ਮਾਰ ਬੈਠਿਆ ਰਹਿੰਦਾ। ਅੰਤ ਕਾਲ ਜੇ ਲక్ష్ਮੀ ਸਿਮਰੈ, ਐਸੀ ਚਿੰਤਾ ਮਹਿ ਜੇ ਮਰੈ, ਸਰਪ ਜੋਨ ਬਲ ਬਲ ਉਤਰੈ। ਜੇ ਨਿਆਣਿਆਂ 'ਚ ਚਲਾ ਜਾਏ ਧਿਆਨ, ਫਿਰ ਸੂਰ ਬਣ ਜਾਂਦਾ। ਕਹਿੰਦੇ ਲੈ ਹਰੇਕ ਸਾਲ ਪਿੱਛੇ ਪੂਰੀ ਪਲਟਣ ਭੱਜੀ ਫਿਰਦੀ ਹੁੰਦੀ। ਕਹਿੰਦੇ ਲੈ ਗਿਣੀ ਚੱਲ। ਉਹਨੂੰ ਆਪ ਨੂੰ ਵੀ ਮੇਰੇ ਖਿਆਲ ਪਹਿਚਾਣ ਭੁੱਲ ਜਾਂਦੀ ਹੋਣੀ, ਸਾਲ 2 ਸਾਲ ਬਾਅਦ ਵੀ ਇਹ ਮੇਰਾ ਹੀ ਨਿਆਣਾ। ਇੰਨੇ ਹੋ ਜਾਂਦੇ ਆ ਸੂਰੀ ਦੇ, ਕੋਈ ਪਤਾ ਲੱਗਦਾ। ਇੱਦਾਂ ਹੀ ਜਿਹੜਾ ਕੋਈ ਘਰਾਂ 'ਚ ਵਾਸ਼ਨਾ ਰੱਖੇ, ਕਈ ਬਥੇਰੇ ਵੀ ਹੈ ਮੇਰਾ ਘਰ ਇੰਨਾ ਸੋਹਣਾ ਬਣ ਗਿਆ, ਜਾਂ ਬਣਾਉਂਦੇ ਹੀ ਰਹਿੰਦੇ ਅਤੇ ਵਸਣ ਲੱਗਿਆ ਮਰੇ ਜਾਂਦੇ ਉਹਦੇ 'ਚ, ਮਰ ਜਾਂਦੇ, ਵਸ ਸਕਦੇ ਨਹੀਂ, ਧਿਆਨ ਉੱਧਰ ਹੀ ਰਹਿੰਦਾ। ਅਤੇ ਜਿਹੜੇ ਦੀ ਇੱਦਾਂ ਦੀ ਵਾਸ਼ਨਾ ਹੋਵੇ, ਫਿਰ ਉਹ ਪ੍ਰੇਤ ਬਣ ਕੇ ਘੁੰਮਦਾ। ਬਾਣੀ 'ਚ ਲਿਖਿਆ ਅੰਤ ਕਾਲ ਜੇ ਮੰਦਰ ਸਿਮਰੈ, ਐਸੀ ਚਿੰਤਾ ਮੈਂ ਜੇ ਮਰੈ, ਪ੍ਰੇਤ ਜੋਨ ਬਲ ਬਲ ਉਤਰੈ। ਇਹਦੇ ਨਾਲੋਂ ਕਿਤੇ ਚੰਗਾ ਨਹੀਂ ਕਿ ਪਰਮੇਸ਼ਰ ਨੂੰ ਯਾਦ ਕੀਤੀ। ਰੀ ਬਾਈ ਗੋਬਿੰਦ ਨਾਮ ਮਤ ਬਿਸਰੈ। ਤਦੇ ਗੁਰੂ ਸਾਹਿਬ ਕਹਿੰਦੇ ਉਸ ਤਰ੍ਹਾਂ ਦੀ ਮੌਤ ਤਾਂ ਤੈਨੂੰ ਭਟਕਾ ਦੇਗੀ। ਸਰੀਰ ਦੀ ਮੌਤ ਤਾਂ ਆਉਣੀ ਆਉਣੀ ਆ, ਉਹ ਤਾਂ ਰਾਣਾ ਰਾਓ ਨਾ ਕੋਰ ਹੈ ਰੰਗ, ਨਾ ਤੁੰਗ ਫਕੀਰ, ਵਾਰੀ ਆਪੋ ਆਪਣੀ ਕੋਈ ਨਾ ਬੰਦਾ ਧੀਰ। ਉਹ ਤੇ ਆਏ ਜਾਣਾ। ਜਦੋਂ ਸਮਾਂ ਆ ਗਿਆ, ਰਾਮ ਗਇਓ ਰਾਵਣ ਗਇਓ, ਜਾਕੋ ਬਹੁ ਪਰਿਵਾਰ, ਉਹ ਵੀ ਚਲੇ ਗਏ। ਉਹ ਸਰੀਰ ਦੇ ਮਰਨ ਤੋਂ ਪਹਿਲਾਂ ਪਹਿਲਾਂ ਗੁਰਮੁਖਾ ਆਪਣੀਆਂ ਮਨ ਦੀਆਂ ਵਾਸ਼ਨਾਵਾਂ 'ਤੇ ਕਾਬੂ ਪਾ ਲੈ। ਉਹ ਪਏਗਾ ਕਿਵੇਂ? ਸ਼ਬਦ ਦੇ ਰਾਹੀਂ। ਅਤੇ ਮਹਾਰਾਜ ਕਹਿੰਦੇ ਜਦੋਂ ਸ਼ਬਦ ਦੇ ਰਾਹੀਂ ਆਪਣੀਆਂ ਮਨ ਦੀਆਂ ਵਾਸ਼ਨਾਵਾਂ 'ਤੇ ਕਾਬੂ ਕਰ ਲਿਆ ਅਤੇ ਸਮਝ ਲੈ ਤੂੰ ਮੌਤ ਜਿੱਤ ਲਈ। ਤਾਂ ਮੌਤ ਇਹ ਅਸਲ ਮੌਤ ਹੈ ਤੇਰੀ। ਗੁਰੂ ਅਮਰਦਾਸ ਜੀ ਸ਼ਬਦ ਮਰੈ ਸੋ ਮੂਆ ਜਾਪੈ। ਕਹਿੰਦੇ ਸ਼ਬਦ ਦੇ ਰਾਹੀਂ ਜਿਹੜਾ ਆਪਣੇ ਆਪੇ ਨੂੰ ਮਨ ਨੂੰ ਮਾਰ ਲਵੇ ਭਾਈ, ਉਹਨੂੰ ਇਹ ਸਮਝੋ ਕਿ ਉਹੀ ਅਸਲ ਵਾਸ਼ਨਾਵਾਂ ਤੋਂ ਮਰ ਗਿਆ। ਕਾਲ ਨਾ ਚਾਂਪੈ ਦੁੱਖ ਨਾ ਸੰਤਾਪੈ। ਚਾਂਪ ਕਹਿ ਦਿੰਦੇ ਆ ਧਨੁਸ਼, ਤੀਰ ਕਮਾਨ। ਕਹਿੰਦੇ ਫਿਰ ਕਲਯੁਗ ਕਾਲ ਦਾ ਮੌਤ ਦਾ ਤੀਰ ਨਹੀਂ ਵੱਜਦਾ ਉਹਦੇ।
ਨਾ ਨਾ, ਦੁੱਖ ਨਾ ਸੰਤਾਪ ਹੈ। ਫਿਰ ਉਹਨੂੰ ਦੁੱਖ ਨਾ ਸੰਤਾਪ ਲੱਗਦਾ ਹੀ ਨਹੀਂ। ਜਿਹੜਾ ਸ਼ਬਦ ਦੇ ਰਾਹੀਂ ਆਪਣੇ ਆਪ ਨੂੰ ਮਾਰ ਲੈਂਦਾ, ਫਿਰ ਉਹਨੂੰ ਮੌਤ ਵੀ ਨਹੀਂ ਮਾਰਦੀ, ਮੌਤ ਤੋਂ ਪਰੇ ਹੋ ਜਾਂਦਾ। ਫਿਰ ਉਹ ਜਨਮ ਮਰਨ ਦੋਹੂ ਮੈਂ ਨਾਹੀਂ, ਜਨ ਪਰ ਉਪਕਾਰੀ ਆਏ। ਉਹ ਆਪਣੀ ਮਰਜ਼ੀ ਦੇ ਮਾਲਕ ਹੋ ਜਾਂਦੇ, ਚਾਹਣ ਤੇ ਚਲੇ ਜਾਣ, ਨਾ ਚਾਹਣ ਤੇ ਰੁਕ ਵੀ ਸਕਦੇ ਆ। ਕਿੱਡੀ ਵੱਡੀ ਗੱਲ ਹੈ, ਸ਼ਬਦ ਨਾਲ ਜੁੜਿਆ ਹੋਇਆ। ਮੈਂ ਇਸੇ ਸੈਂਕੜੇ ਮਹਾਤਮਾ ਮਹਾਂਪੁਰਸ਼ਾਂ ਦੀਆਂ ਉਦਾਹਰਨਾਂ ਤੁਹਾਨੂੰ ਦੇ ਸਕਦਾ ਹਾਂ, ਜਿਹੜੇ ਪਹਿਲਾਂ ਹੀ ਦੱਸ ਕੇ ਗਏ ਵੀ ਫਲਾਣੇ ਦਿਨ ਜਾਣਾ, ਚਲੇ ਜਾਣਾ। ਸੈਂਕੜੇ ਐਸੇ ਵੀ ਹਨ ਜਿਹੜੇ ਪੂਰੀ ਤਿਆਰੀ ਸੀ ਚਲੇ ਜਾਣ ਦੀ, ਪਰ ਨਹੀਂ ਗਏ। ਸੰਗਤ ਨੇ ਕਹਿ ਤਾ ਰੁਕ ਜਾਓ, ਕਹਿੰਦੇ ਕੋਈ ਨਾ, ਅਗਲੇ ਸਾਲ ਚਲੇ ਜਾਇਓ। ਉਹਨਾਂ ਟਾਈਮ ਰੁਕੇ ਰਹੇ। ਇਹ ਖੇਡ ਹੈ। ਉਹ ਮੌਤ ਤੋਂ, ਮੌਤ ਦੇ ਤੀਰ ਤੋਂ ਪਰੇ ਹੁੰਦੇ ਆ। ਉਹ ਮਰਜ਼ੀ ਦੇ ਮਾਲਕ ਹੁੰਦੇ ਆ। ਮੌਤ ਵੀ ਉਹਨਾਂ ਨੂੰ ਮਾਰ ਨਹੀਂ ਸਕਦੀ। ਗੁਰੂ ਇਤਿਹਾਸ 'ਚ ਕਿੰਨੀਆਂ ਸਾਖੀਆਂ ਹੁੰਦੀਆਂ, ਮੌਤ ਵੀ ਜਿੱਤ ਲੈਂਦੇ। ਬਾਬਾ ਗੁਰੂ ਹਰਗੋਬਿੰਦ ਸਾਹਿਬ ਦੇ ਸਾਹਿਬਜ਼ਾਦੇ ਬਾਬਾ ਅਟੱਲ ਰਾਏ ਦਾ ਸਥਾਨ ਦੇਖੋ ਤੁਸੀਂ। ਅੰਮ੍ਰਿਤਸਰ ਸਾਹਿਬ ਕਿੱਡਾ ਵੱਡਾ ਸਥਾਨ ਹੈ। ਮੌਤ ਜਿੱਤ ਲਈ ਉਹਨਾਂ ਨੂੰ। ਖੇਡਦੇ ਸਨ ਸਾਥੀਆਂ ਨਾਲ, ਖੇਡਦੇ ਖੇਡਦੇ ਇੱਕ ਮੋਹਨ ਨਾਂ ਦਾ ਬੱਚਾ ਸੀ ਉਹਨਾਂ ਦਾ ਸਾਥੀ। ਉਹਦੇ ਸਿਰ ਵਾਰੀ ਆ ਗਈ ਵੀ ਲੈ ਵੀ ਤੂੰ ਸਵੇਰ ਹੁੰਦੇ ਨੂੰ ਹੁਣ ਤੂੰ ਫੜਨਾ ਦੂਜਿਆਂ ਨੂੰ, ਖੇਡਣਾ। ਤੇ ਕਹਿੰਦੇ ਜੀ ਠੀਕ ਹੈ। ਰਾਤ ਨੂੰ ਪ੍ਰਸ਼ਾਦਾ ਪਾਣੀ ਛਕ ਕੇ ਸੌਂ ਗਏ। ਸਵੇਰ ਹੋਈ ਤੇ ਖੇਡ ਦਾ ਸਮਾਂ ਆਇਆ, ਨਿਆਣੇ ਇਕੱਠੇ ਹੋ ਗਏ। ਬਾਬਾ ਅਟੱਲ ਰਾਏ ਜੀ ਕਹਿੰਦੇ ਲਿਆਓ ਮੋਹਨ ਨੂੰ ਸੱਦ ਕੇ। ਦੂਜੇ ਕਹਿੰਦੇ ਜੀ ਉਹ ਤਾਂ ਆਉਂਦਾ ਨਹੀਂ, ਹੈ ਨਹੀਂ, ਆਇਆ ਨਹੀਂ। ਕਹਿੰਦੇ ਜਾਓ ਘਰੇ ਚਲੋ। ਚਲੋ ਮੈਂ ਵੀ ਚੱਲਦਾ। ਉਹਦੇ ਘਰ ਚੱਲ ਗਏ। ਦਰਵਾਜ਼ਾ ਖੁੱਲ੍ਹਾ ਹੀ ਸੀ। ਘਰੋਂ ਰੋਣ ਦੀਆਂ ਆਵਾਜ਼ਾਂ ਆ ਰਹੀਆਂ। ਕਹਿੰਦੇ ਕੀ ਹੋ ਗਿਆ? ਕਹਿੰਦੇ ਜੀ ਮਰ ਗਿਆ ਰਾਤੀ। ਉਹ ਕਹਿੰਦੇ ਇਹਨੂੰ ਆਦਤ ਹੈ ਪਖੰਡ ਜਾ ਕਰਨ ਦੀ। ਆਪਣੇ ਵਾਰੀ ਨਾ ਇਹ ਇੱਦਾਂ ਹੀ ਕਰਦਾ। ਜਦੋਂ ਵੀ ਇਹਦੀ ਵਾਰੀ ਆਉਂਦੀ ਨਾ, ਇਹ ਇੱਦਾਂ ਹੀ ਲਿਟ ਕੇ ਬਹਿ ਜਾਂਦਾ, ਇੱਦਾਂ ਪਖੰਡ ਕਰਦਾ। ਠਾਓ ਇਹਨੂੰ। ਘਰ ਦੇ ਰੋਈ ਜਾਣ ਜੀ ਮਰ ਗਿਆ ਕਿਵੇਂ ਠਾਈਏ? ਕਹਿੰਦਾ ਠਾਓ। ਬਾਬਾ ਜੀ ਕਹਿੰਦੇ ਠਾਓ। ਉਹ ਅੱਗੋਂ ਵਿਚਾਰੇ ਕਹਿੰਦੇ ਤੁਸੀਂ ਉਠਾ ਲਓ ਜੀ। ਫਿਰ ਕਹਿੰਦੇ ਚੰਗਾ। ਅੱਗੇ ਚਲੇ ਗਏ ਜਿੱਥੇ ਲਟਾ ਰੱਖਿਆ ਸੀ, ਕੁੰਡੀ ਸੀ ਪਾ ਕੇ, ਕੁੰਡੀ ਗਲ 'ਚ। ਕਹਿੰਦੇ ਉੱਠੋ ਏ, ਖੜਾ ਹੋ। ਬਣਦਾ ਮਰਨ ਦਾ। ਕਿਹੜੀ ਮੌਤ ਮੂੰਹ ਤੇ ਤੈਨੂੰ? ਉੱਠ, ਆਪਣੀ ਦਾਈ ਦੇ ਆਪਣੀ। ਉਹ ਇੰਨਾ ਕਹਿਣ ਦੀ ਦੇਰ ਸੀ ਤੇ ਉੱਠ ਖੜਾ ਹੋਇਆ, ਲੰਮਾ ਜਿਹਾ ਸਾਹ ਲੈ ਕੇ, ਜਿਵੇਂ ਪਾਣੀ 'ਚ ਦੱਬਿਆ ਹੋਵੇ ਕਿਸੇ ਨੇ ਤੇ ਮੁੜ ਕੇ ਨਿਕਲਿਆ ਹੋਵੇ। ਸਾਹ ਜਾ ਲੈ ਕੇ ਆਹਾ ਲੰਮੇ ਲੰਮੇ ਹੌਂਕੇ ਲਵੇ ਤੇ ਜਿਉਂਦਾ ਹੋ ਗਿਆ। ਉੱਠ ਕੇ ਖੇਡਣ ਲੱਗ ਗਿਆ। ਘਰ ਦੇ ਤਾਂ ਹੁਣ ਪੁੱਠੀਆਂ ਛਾਲਾਂ ਮਾਰਦੇ ਫਿਰਦੇ ਵੀ ਆਹ ਹੋ ਕੀ ਗਿਆ। ਦੇਖੋ ਜਿੰਦਾ ਕਰ ਦਿੱਤਾ। ਜ਼ਿੰਦਗੀ ਦੇ ਕਾਦਰ। ਗੁਰੂ ਨਹੀਂ ਆ ਉਹ, ਗੁਰੂ ਦੇ ਪੁੱਤਰ ਹੈ। ਗੁਰੂ ਤੇ ਹੋਰੇ ਚੀਜ਼ ਖੇਡ ਹੈ। ਗੁਰ ਪਰਮੇਸ਼ਰ ਇੱਕੋ ਜਾਣ। ਗੁਰੂ ਹਰਗੋਬਿੰਦ ਸਾਹਿਬ ਨੂੰ ਜਦੋਂ ਪਤਾ ਲੱਗਾ, ਰੌਲਾ ਪੈ ਗਿਆ ਸ਼ਹਿਰ 'ਚ ਕਿ ਬਾਬੇ ਅਟੱਲ ਰਾਏ ਨੇ ਮੁਰਦਾ ਹੀ ਜਿਉਂਦਾ ਕਰ ਦਿੱਤਾ, ਮਰੇ ਹੋਏ ਨੂੰ ਜਿੰਦਾ ਕਰ ਦਿੱਤਾ। ਮਾਰੇ ਗੁਰੂ ਹਰਗੋਬਿੰਦ ਸਾਹਿਬ ਨੇ ਬੁਲਾਇਆ ਆਪਣੇ ਕੋਲ ਅਟੱਲ ਰਾਏ। ਇਹ ਪਰਮੇਸ਼ਰ ਦੇ ਭਾਣੇ ਵਿੱਚ ਦਖਲ ਅੰਦਾਜ਼ੀ ਕੀਤੀ ਹੈ ਤੁਸੀਂ, ਜ਼ਿੰਦਾ ਹੀ ਕਰ ਦਿੱਤਾ ਬੰਦਾ। ਕਹਿੰਦੇ ਜੀ ਪਿਤਾ ਜੀ ਫਿਰ ਹੁਕਮ। ਬੇਟਾ ਜਾਨ ਦੇ ਬਦਲੇ ਜਾਨ। ਤੁਸੀਂ ਜ਼ਿੰਦਗੀ ਦਿੱਤੀ ਕਿਸੇ ਨੂੰ, ਹੁਣ ਇਹਦੇ ਪਿੱਛੇ ਇਹਦੇ ਲਈ ਜਾਨ ਦਿਓ। ਸਤ ਵਚਨ ਮਹਾਰਾਜ ਚੁੱਪ ਕੀਤੇ। ਉਹ ਜਿਹੜਾ ਥਾਂ ਹੈ ਅਟੱਲ ਰਾਏ ਵਾਲਾ ਟਿਕਾਣਾ ਮਹਾਰਾਜ ਜੀ ਦੇ ਸਥਾਨ ਦਾ, ਉੱਥੇ ਗਏ, ਜਪਜੀ ਸਾਹਿਬ ਦਾ ਪਾਠ ਕੀਤਾ, ਮੂੰਹ 'ਤੇ ਕੱਪੜਾ ਲੈ ਕੇ ਲੇਟੇ ਤੇ ਸਰੀਰ ਛੱਡ ਗਏ। ਤੁਸੀਂ ਕੀ ਕਹੋਗੇ ਵੀ ਮੌਤ ਨੇ ਮਾਰ ਲਿਆ ਉਹਨਾਂ ਨੂੰ?
ਕਾਲ ਨੇ ਆਪਣਾ ਤੀਰ ਮਾਰਿਆ, ਮੌਤ ਜਿੱਤ ਕੇ ਲੈ ਗਈ ਉਹਨਾਂ ਨੂੰ, ਇਹ ਨਹੀਂ ਕਹਿ ਸਕਦੇ ਤੁਸੀਂ। ਉਹ ਮੌਤ ਤੋਂ ਉੱਤੇ ਉੱਠ ਜਾਂਦੇ। ਇੱਦਾਂ ਹੀ ਬਾਬਾ ਅਟੱਲ ਰਾਏ ਦੇ ਦੂਜੇ ਭਰਾ ਗੁਰੂ ਹਰਗੋਬਿੰਦ ਸਾਹਿਬ ਦੇ ਸਾਹਿਬਜ਼ਾਦੇ ਬਾਬਾ ਗੁਰਦਿੱਤਾ ਜੀ, ਉਹਦੀ ਏਡੀ ਵੱਡੀ ਹਸਤੀ ਹੈ ਕਿ ਗੁਰੂ ਹਰ ਰਾਏ ਜੀ ਦੇ ਪਿਤਾ ਸਨ, 7ਵੇਂ ਪਾਤਸ਼ਾਹ ਦੇ ਪਿਤਾ, 8ਵੇਂ ਪਾਤਸ਼ਾਹ ਦੇ ਦਾਦਾ, 6ਵੇਂ ਪਾਤਸ਼ਾਹ ਦੇ ਪੁੱਤਰ ਬਾਬਾ ਗੁਰਦਿੱਤਾ। ਗੁਰੂ ਨਹੀਂ ਸੀ ਪਰ ਉਹ ਵੀ ਗੁਰੂ ਹਰਗੋਬਿੰਦ ਸਾਹਿਬ ਦੇ ਸਾਹਿਬਜ਼ਾਦੇ। ਉਹ ਜੰਗਲ ਵੱਲ ਨੂੰ ਗਏ ਹੋਏ ਸਨ, ਰਸਤੇ 'ਚ ਸ਼ਸਤਰ ਤੇ ਹੈ ਹੀ ਸੀ। ਜੰਗਲ ਦੀਆਂ ਝਾੜੀਆਂ 'ਚੋਂ ਕੋਈ ਚੀਜ਼ ਨਿਕਲਣ ਦੀ ਆਵਾਜ਼ ਆਈ। ਨਾਲ ਦੇ ਸਾਥੀਆਂ ਨੂੰ ਲੱਗਿਆ ਲੈ ਵੀ ਕੋਈ ਸ਼ੇਰ ਵਗਿਆੜ ਆ ਗਿਆ ਤੇਜ਼ੀ ਨਾਲ। ਉਹਨਾਂ ਜੀ ਬੰਦੂਕ ਦਾ ਫਾਇਰ ਛੱਡ ਦਿੱਤਾ, ਗੋਲੀ ਵੱਜੀ, ਅੱਗੇ ਜਾਨਵਰ ਸੀ, ਉਹ ਗਾਂ ਨਿਕਲੇ, ਗਾਂ ਸੀ। ਉਹ ਇਲਾਕੇ ਦੇ ਲੋਕ ਬੜੇ ਇਕੱਠੇ ਹੋ ਗਏ ਜੀ, ਸਾਡੀ ਗਾਂ ਮਾਰਤੀ ਤਾਂ ਸਾਡਾ ਪੂਜਨੀਏ ਪਸ਼ੂ ਸੀ, ਇਉਂ ਸੀ, ਬਾਤ ਸੀ। ਉਹਨੂੰ ਧਾਰਮਿਕ ਮੁੱਦਾ ਬਣਾ ਲਿਆ। ਬਾਬਾ ਗੁਰਦਿੱਤਾ ਜੀ ਨੇ ਆਖਿਆ, ਕਹਿੰਦੇ ਭਾਈ ਗੁਰਮੁਖੋ, ਗੱਲ ਇਹ ਆ ਕਿ ਜਿਹੜੀ ਗਾਂ ਹੁੰਦੀ, ਗਾਂ ਇਹ ਤਾਂ ਪਸ਼ੂ ਹੀ ਹੈ ਇੱਕ ਤਰ੍ਹਾਂ ਦਾ, ਸਾਰੇ ਪਸ਼ੂਆਂ ਦੀ ਤਰ੍ਹਾਂ। ਬਾਕੀ ਅਸੀਂ ਜਾਣ ਬੁੱਝ ਕੇ ਨਹੀਂ ਮਾਰੀ। ਸਾਡੇ ਸਾਥੀ ਨੇ ਇਹ ਸਮਝਿਆ ਵੀ ਕੋਈ ਸ਼ੇਰ ਵਗਿਆੜ, ਕੋਈ ਖਤਰਨਾਕ ਜਾਨਵਰ ਸਾਡੇ 'ਤੇ ਵਾਰ ਕਰ ਰਿਹਾ, ਇਹਨੇ ਗੋਲੀ ਚਲਾ ਦਿੱਤੀ, ਮਰ ਗਈ। ਅਤੇ ਤੀਜੀ ਗੱਲ, ਹੁਣ ਜਿਹੜਾ ਮਰ ਗਿਆ ਉਹ ਤਾਂ ਮਰ ਗਿਆ, ਅਤੇ ਅਸੀਂ ਇਉਂ ਕਰ ਸਕਦੇ ਹਾਂ, ਤੁਹਾਨੂੰ ਇੱਕ ਗਾਂ ਦੀ ਬਜਾਏ ਇੱਕ ਗਾਂ ਹੋਰ ਲੈ ਕੇ ਦੇ ਦਿੰਦੇ ਹਾਂ, ਮੁੱਲ ਦੇ ਦਿੰਦੇ ਹਾਂ, ਪੈਸੇ ਦੇ ਦਿੰਦੇ ਹਾਂ। ਇੱਕ ਦੀ ਜਗ੍ਹਾ 2 ਗਾਵਾਂ ਲੈ ਲਓ, 4 ਲੈ ਲਓ, 5 ਲੈ ਲਓ। ਉਹ ਤਾਂ ਜੀ ਇੱਦਾਂ ਦੇ ਸੀ ਅੜੀਅਲ ਬੰਦੇ। ਗੁਰੂ ਘਰ ਦੇ ਪ੍ਰਚਾਰ ਤੋਂ ਤਾਂ ਪਹਿਲਾਂ ਹੀ ਉਹ ਈਰਖਾ ਨਫ਼ਰਤ ਕਰਦੇ। ਕਹਿੰਦੇ ਜੀ ਨਾ ਜੀ ਨਾ, ਸਾਡੀ ਤਾਂ ਗਾਂ ਮਾਰ ਦਿੱਤੀ ਤੁਸੀਂ, ਸਾਡੇ 'ਤੇ ਧਰਮ ਦੀ ਨਿਰਾਦਰੀ ਕਰ ਦਿੱਤੀ, ਜੇ ਕਰ ਸਕਦੇ ਤਾਂ ਗਾਂ ਜਿੰਦਾ ਕਰੋ। ਮਸਲਾ ਉਲਝ ਗਿਆ। ਜਦੋਂ ਧਾਰਮਿਕ ਮਸਲਾ ਬਣਨ ਲੱਗਿਆ, ਬਾਬਾ ਗੁਰਦਿੱਤਾ ਜੀ ਨੇ ਉਸ ਵੇਲੇ ਗਾਂ ਦੇ ਕੋਲ ਜਾ ਕੇ ਸਾਧ ਸੰਗਤ ਗਾਂ ਦੇ ਸਿਰ 'ਤੇ ਹੱਥ ਫੇਰਿਆ ਅਤੇ ਮੂੰਹੋਂ ਸਤਨਾਮ ਵਾਹਿਗੁਰੂ ਆਖਿਆ, ਅਤੇ ਗਾਂ ਮੁੜ ਕੇ ਖੜੀ ਹੋ ਗਈ, ਜਿੰਦਾ ਹੋ ਗਈ। ਜ਼ਖਮ ਵੀ ਠੀਕ ਹੋ ਗਿਆ। ਉਹ ਸਮਝੋ ਜਿਵੇਂ ਟਾਈਮ ਨੂੰ ਪਿੱਛੇ ਘੁਮਾਤਾ। ਉਨੇ ਕੁ ਸਮੇਂ ਨੂੰ, ਜਿੰਨੇ ਸਮੇਂ 'ਚ ਗਾਂ ਮਰੀ ਸੀ, ਸਿਰਫ ਗਾਂ ਦੇ ਨੂੰ, ਸਾਰਿਆਂ ਦੇ ਨੂੰ ਨਹੀਂ, ਇਹ ਵੀ ਗੱਲ ਹੈ। ਉਹ ਪਿੱਛੇ ਕਰਤਾ, ਸਮਾਂ ਤੰਦਰੁਸਤ ਕਰ ਦਿੱਤੀ, ਅਤੇ ਸਾਰੇ ਹੈਰਾਨ ਰਹਿ ਗਏ। ਮੁੜ ਜਿੰਦਾ ਹੋ ਗਈ ਗਾਂ। ਅਤੇ ਇਹ ਗੱਲ ਦਾ ਵੀ ਰੌਲਾ ਪੈ ਗਿਆ ਲੋਕਾਂ ਵਿੱਚ ਕਿ ਬਾਬਾ ਗੁਰਦਿੱਤਾ ਜੀ ਨੇ ਗਾਂ ਜਿੰਦਾ ਕਰ ਦਿੱਤੀ। ਕੀਰਤਪੁਰ ਸਾਹਿਬ ਦੀ ਗੱਲ ਹੈ ਇਹ। ਕੀਰਤਪੁਰ ਸਾਹਿਬ ਸੀ ਗੁਰੂ ਹਰਗੋਬਿੰਦ ਸਾਹਿਬ ਉਦੋਂ। ਗੁਰੂ ਜੀ ਨੂੰ ਆਖਿਆ, ਮਹਾਰਾਜ ਤੁਹਾਡੇ ਸਾਹਿਬਜ਼ਾਦੇ ਨੇ ਗਾਂ ਜਿੰਦਾ ਕਰ ਦਿੱਤੀ। ਮਹਾਰਾਜ ਨੇ ਉੱਥੇ ਫੇਰ ਉਹੀ ਆਖਿਆ, ਗੁਰਦਿੱਤਾ ਜੀ ਤੁਹਾਨੂੰ ਤਾਂ ਪਤਾ, ਪਹਿਲਾਂ ਤੁਹਾਡੇ ਭਰਾ ਅਟੱਲ ਰਾਏ ਨੇ ਵੀ ਇਹ ਸ਼ਕਤੀ ਵਰਤੀ ਸੀ, ਤੁਸੀਂ ਵੀ ਹੁਣ ਉਹੀ ਕੰਮ ਕੀਤਾ, ਤੁਹਾਨੂੰ ਪਤਾ ਹੀ ਆ ਸਾਰੀ ਗੱਲ। ਕਹਿੰਦੇ ਜੀ 7 ਵਚਨ ਚੁੱਪ ਕੀਤੇ। ਕੀਰਤਪੁਰ ਸਾਹਿਬ ਜਦੋਂ ਜਾਂਦੇ, ਨਹਿਰ ਤੋਂ ਉੱਤੇ ਨੂੰ ਚੜ੍ਹ ਕੇ, ਬਾਬਾ ਅਟੱਲ ਰਾਏ ਜੀ ਦਾ ਥਾਂ ਹੈ ਉੱਥੇ ਬਣਿਆ ਹੋਇਆ। ਇੱਕ ਪਾਸੇ ਬੁੱਢਣ ਸ਼ਾਹ ਦਾ ਫਕੀਰ ਦਾ ਥਾਂ ਹੈ, ਦੂਜੇ ਸੱਜੇ ਪਾਸੇ ਬਾਬਾ ਗੁਰਦਿੱਤਾ ਜੀ ਦਾ। ਉੱਥੇ ਬੈਠ ਗਏ। ਕੋਲ ਇੱਕ ਟਾਹਣੀ ਜੀ ਸੀ ਨਿੰਮ ਦੀ, ਉਹ ਗੱਡਤੀ, ਉਹ ਹਰਾ ਹੋ ਗਿਆ। ਬੈਠ ਕੇ ਬਾਣੀ ਪੜ੍ਹੀ ਜਪਜੀ ਦੀ, ਬੁੱਕਲ ਮਾਰ ਕੇ ਕੱਪੜੇ ਦੀ ਲੈ ਕੇ ਅਤੇ ਲੇਟ ਗਏ, ਅਤੇ ਮੁੜ ਕੇ ਸਰੀਰ ਛੱਡ ਦਿੱਤਾ। ਇਹ ਗੱਲਾਂ ਬੜੀਆਂ ਅਨੋਖੀਆਂ ਨੇ। ਤੁਸੀਂ ਮਾਤਾ ਜੀਤਾ ਜੀ ਦਾ ਕਿਤੇ ਜੀਵਨ ਪੜ੍ਹ ਕੇ ਵੇਖੋ। ਸਾਡੀ ਮਾਂ ਹੈ ਮਾਤਾ ਜੀਤ ਕੌਰ। ਗੁਰੂ ਕਲਗੀਧਰ ਮਹਾਰਾਜ ਕੋਲ ਆ ਗਏ, ਕਹਿੰਦੇ ਜੀ ਮੈਂ ਤੇ ਜਾਣਾ ਹੈ, ਤਿਆਰੀ ਹੈ ਮੇਰੀ। ਅਗਲਾ ਸਾਰਾ ਕੁਝ ਮੈਂ ਦੇਖ ਲਿਆ, ਆ ਕੁਝ ਹੋਣਾ ਹੈ, ਪਰ ਮੈਂ ਹੁਣ ਜਾਣਾ। ਮਹਾਰਾਜ ਕਹਿੰਦੇ ਤੁਸੀਂ ਮਰਜ਼ੀ ਦੇ ਮਾਲਕ ਹੋ,
ਰਹਿਣਾ ਤੇ ਰਹਿ ਜਾਓ, ਜੇ ਜਾਣਾ ਚਾਹੁੰਦੇ ਤਾਂ ਚਲੇ ਜਾਓ। ਕਹਿੰਦੇ ਜੀ ਨਹੀਂ ਮੈਂ ਤਾਂ ਹੁਣ ਜਾਣਾ। ਕਹਿੰਦੇ ਠੀਕ ਹੈ। ਫਿਰ ਚੌਂਕੜਾ ਮਾਰਿਆ, ਸਾਹ ਛੱਡ ਦਿੱਤੇ, ਆਓ ਗਏ ਆਓ ਗਏ। ਇਹ ਗੁਰੂ ਘਰ 'ਚ ਤਾਂ ਇਹ ਵਿਅੰਤ ਨੇ, ਇਹ ਖੇਡਾਂ। ਮਹਾਰਾਜ ਕਹਿੰਦੇ ਕਾਲ ਨਾ ਚਾਪੈ, ਦੁੱਖ ਨਾ ਸੰਤਾਪੈ। ਕਾਲ ਮੌਤ ਉਹਨਾਂ ਨੂੰ ਤੀਰ ਨਹੀਂ ਮਾਰਦੀ ਜਿਹੜੇ ਸ਼ਬਦ ਰਾਹੀਂ, ਬਾਣੀ ਰਾਹੀਂ ਆਪਣੇ ਮਨੂਏ ਨੂੰ ਪਹਿਲਾਂ ਜਿੱਤ ਲੈਂਦੇ ਆ। ਉਹਨਾਂ ਨੂੰ ਦੁੱਖ ਨਾ ਸੰਤਾਪ ਅੱਗੇ ਦਰਗਾਹ 'ਚ ਨਹੀਂ ਹੁੰਦਾ, ਝੋਰਾ ਵੀ ਨਹੀਂ ਹੁੰਦਾ। ਜੋਤੀ ਵਿੱਚ ਮਿਲ ਜੋਤ ਸਮਾਣੀ। ਕਹਿੰਦੇ ਜੋਤੀ ਵਿੱਚ ਮਿਲ ਜੋਤ ਸਮਾਣੀ। ਜੋਤੀ ਰੂਪ ਪਰਮੇਸ਼ਰ ਵਿੱਚ, ਜੋਤ ਰੂਪ ਜਿਹੜੀ ਜੀਵ ਦਾ ਆਪਾ ਭਾਵ ਹੈ, ਜਿਹੜਾ ਆਤਮਾ ਹੈ, ਉਹਦੇ ਵਿੱਚ ਮਿਲ ਜਾਂਦੀ ਹੈ। ਜਿਵੇਂ ਅੱਗ ਦੇ ਇੱਕ ਅੰਗਿਆਰ ਨੂੰ ਅੱਗ ਦੀ ਵੱਡੇ ਭਾਂਬੜ ਲਾਟ ਵਿੱਚ ਅੱਗ ਦੇ ਵਿੱਚ ਸੁੱਟ ਦਿਓ, ਵਿੱਚੇ ਉਹ ਅੰਗਿਆਰ ਦੀ ਅੱਗ ਵੀ ਉਹਦੇ ਵਿੱਚ ਮਿਲ ਜਾਂਦੀ। ਇਉਂ ਹੀ ਇਹ ਆਤਮਾ ਪਰਮਾਤਮਾ ਨਾਲ ਮਿਲ ਕੇ ਉਹਦਾ ਰੂਪ ਹੋ ਜਾਂਦੀ। ਸੁਣ ਮਨ ਸੱਚ ਸਮਾਵਣਿਆ। ਕਹਿੰਦੇ ਸੁਣ ਕੇ ਗੁਰਬਾਣੀ ਨੂੰ, ਸੱਚੇ ਨਾਮ ਨੂੰ, ਮਨ ਰਾਹੀਂ ਮਨ ਉਸ ਪਰਮੇਸ਼ਰ ਵਿੱਚ ਅਭੇਦ ਹੋ ਜਾਂਦਾ ਹੈ। ਹਉ ਵਾਰੀ ਜੀਉ ਵਾਰੀ, ਹਰ ਕੈ ਨਾਏ ਸ਼ੋਭਾ ਪਾਵਣਿਆ। ਸਤਿਗੁਰੂ ਗੁਰੂ ਅਮਰਦਾਸ ਜੀ ਕਹਿੰਦੇ ਮੈਂ ਵਾਰੇ ਜਾਵਾਂ, ਮੈਂ ਬਲਿਹਾਰੇ ਜਾਵਾਂ। ਬਈ ਕਿਹਨਾਂ ਦੇ? ਹਰ ਕੈ ਨਾਏ, ਜਿਹੜੇ ਨਾਮ ਜਪਦੇ ਆ। ਨਾਮ ਦੀਆਂ ਵੱਡੀਆਂ ਬਰਕਤਾਂ। ਹਰੀ ਦੇ ਨਾਮ ਦੇ ਰਾਹੀਂ ਪਰਮਾਤਮਾ ਦੀ ਦਰਗਾਹ 'ਚ ਵੀ ਸ਼ੋਭਾ ਪਾਉਂਦੇ ਹਨ। ਜਦੋਂ ਰੱਬ ਦੇ ਘਰ ਉਹਨਾਂ ਪਹੁੰਚਣਾ, ਉੱਥੇ ਵੀ ਉਹਨਾਂ ਦਾ ਮਾਣ, ਇੱਜ਼ਤ, ਸਤਿਕਾਰ ਕਾਇਮ ਹੈ। ਗੁਰੂ ਅਮਰਦਾਸ ਸਾਹਿਬ ਕਹਿੰਦੇ ਮੈਂ ਉਹਨਾਂ ਗੁਰਸਿੱਖਾਂ ਤੋਂ ਵਾਰੇ ਹਾਂ, ਬਲਿਹਾਰੇ ਜਾਂਦਾ। ਸਤਿਗੁਰ ਸੇਵ ਸੱਚ ਚਿੱਤ ਲਾਇਆ। ਜਿਨ੍ਹਾਂ ਗੁਰਮੁਖਾਂ ਨੇ ਗੁਰੂ ਨਾਨਕ ਦੇ ਘਰ ਦੀ ਸੇਵਾ ਕੀਤੀ, ਸੇਵਾ ਤੋਂ ਕਦੇ ਨਹੀਂ ਭੱਜੇ, ਆਪਣੇ ਹੱਥੀਂ ਸੇਵਾ ਕੀਤੀ। ਸਤਿਗੁਰ ਸੇਵ ਸੱਚ ਚਿੱਤ ਲਾਇਆ, ਗੁਰਮਤੀ ਸਹਿਜ ਸਮਾਵਣਿਆ। ਅਤੇ ਗੁਰੂ ਦੀ ਮੱਤ ਨੂੰ ਆਪਣੇ ਮਨ 'ਚ ਵਸਾਇਆ। ਸੇਵਾ ਕਰਨੀ ਵੀ ਗੁਰੂ ਦੀ ਮੱਤ ਰਾਹੀਂ ਕਰਨੀ। ਕਈ ਬੰਦੇ ਸੇਵਾ ਕਰਦਿਆਂ ਵੀ ਆਪਣੇ ਜਿਵੇਂ ਘਰਾਂ ਦੇ ਵਿੱਚ ਕੋਈ ਜ਼ਿੰਮੇਵਾਰੀਆਂ ਨਹੀਂ ਨਿਭਾਉਂਦੇ, ਅਸੀਂ ਉੱਥੇ ਅਸੀਂ ਆਕੜਾਂ ਹਉਮੈ ਕਰਦੇ, ਦੂਜਿਆਂ ਨੂੰ ਆਪਣੀ ਕੀਤੀ ਦਾ ਅਹਿਸਾਸ ਕਰਾਉਂਦੇ। ਮੈਂ ਆਹ ਕੀਤਾ, ਮੈਂ ਆਹ ਕਰਦਾ, ਮੇਰੀ ਇੰਨੀ ਜ਼ਿੰਮੇਵਾਰੀ, ਤੂੰ ਹੱਥ ਨਾ ਲਾਈ, ਤੂੰ ਨੇੜੇ ਨਾ ਆਈ, ਇੱਦਾਂ ਕਰਦੇ। ਜੇ ਮੈਂ ਨਾ ਕੀਤਾ ਤਾਂ ਕੰਮ ਰੁਕ ਜੂਗਾ। ਇਹ ਤੁਹਾਡੇ ਘਰਾਂ ਦੇ ਕੰਮ ਹੁੰਦੇ ਇੱਦਾਂ ਦੇ। ਪਰ ਜਿਹੜੀ ਸੇਵਾ ਕਰਨੀ ਗੁਰਮਤੀ, ਗੁਰੂ ਦੀ ਮੱਤ ਲੈ ਕੇ ਕਰਨੀ। ਵੀ ਗੁਰੂ ਦੀ ਸੇਵਾ ਹੈ, ਗੁਰੂ ਕਰਵਾਉਣ ਵਾਲਾ ਹੈ, ਗੁਰੂ ਨੇ ਕਰਵਾ ਵੀ ਲੈਣੀ ਹੈ। ਮੈਂ ਕੁਛ ਵੀ ਨਹੀਂ, ਮੈਂ ਤੇ ਮੇਰੇ ਮਾਲਕ ਨੇ ਮੈਨੂੰ ਸੇਵਾ ਲਾਇਆ। ਇਹ ਸ਼ੁਕਰਗੁਜ਼ਾਰ ਹੈ ਮੈਂ ਉਸ ਪਰਮਾਤਮਾ ਦਾ, ਉਹਨੇ ਮੈਨੂੰ ਸੇਵਾ ਲਾਇਆ, ਆਪਣੀ ਸੇਵਾ ਲੈ ਰਿਹਾ। ਇਉਂ ਜਿਹੜੇ ਗੁਰੂ ਦੀ ਮੱਤ ਲੈ ਕੇ ਸੇਵਾ ਕਰਦੇ, ਸਹਿਜੇ ਹੀ ਉਹ ਪਰਮੇਸ਼ਰ ਗੁਰੂ 'ਚ ਅਭੇਦ ਹੋ ਜਾਂਦੇ, ਉਹਦੇ ਨੇੜੇ ਹੋ ਜਾਂਦੇ। ਗੁਰੂ ਨਾਨਕ ਦੇ ਨੇੜੇ ਹੁੰਦੇ ਉਹ ਗੁਰਸਿੱਖ। ਉਹ 'ਚ ਇੱਕ ਦਿਨ ਐਸਾ ਹੁੰਦਾ ਹੈ, ਉਹਦੇ ਵਿੱਚ ਹੀ ਸਮਾ ਜਾਂਦੇ। ਜਿਵੇਂ ਪਾਣੀ ਦੀ ਇੱਕ ਟੋਕਣੀ ਜਾਂ ਇੱਕ ਡੋਲ, ਪਾਣੀ ਦਾ ਬਾਲਟੀ ਪਾਣੀ ਦੀ ਭਰ ਲਓ, ਨਹਿਰ 'ਚੋਂ ਚਲਦੀ 'ਚੋਂ, ਵੱਖਰੀ ਲੱਗਦੀ। ਪਰ ਉਹਦੇ ਵਿੱਚ ਡੋਲ ਦਿਓ, ਦੁਬਾਰਾ ਪਾ ਦਿਓ, ਮੁੜ ਕੇ ਆਖੋਂ ਵੀ ਉਹੀ ਕੱਢ ਲਓ, ਉਹ ਨਹੀਂ ਨਿਕਲਣੀ, ਉਹਦੇ ਵਿੱਚ ਸਮਾ ਗਈ। ਇਉਂ ਗੁਰੂ ਦੀ ਮੱਤ ਲੈਣ ਵਾਲੇ ਗੁਰੂ 'ਚ ਸਮਾ ਜਾਂਦੇ ਆ। ਉਹਨਾਂ ਨੂੰ ਜਣੀ ਦੁਨੀਆ ਦਾ ਕੋਈ ਜੀਵ ਵੱਖਰੇ ਨਹੀਂ ਕਰ ਸਕਦਾ। ਰਹਾਓ ਵਿਸ਼ਰਾਮ ਦੇ ਕੇ ਸਮਝਾਉਂਦੇ। ਕਾਇਆ ਕੱਚੀ, ਕੱਚਾ ਚੀਰ ਹੰਢਾਏ। ਇਹ ਕਾਇਆ ਸਰੀਰ ਕੱਚੀ ਹੈ। ਬਾਣੀ 'ਚ ਸ਼ਬਦ ਆਉਂਦਾ ਕਾਇਆ ਕਾਚੀ ਕਾਰਵੀ, ਕੇਵਲ ਕਾਚੀ ਧਾਤ। ਕੱਚਾ ਘੜਾ, ਜਿਵੇਂ ਮਿੱਟੀ ਦਾ ਪੱਕਿਆ ਨਾ ਹੋਵੇ, ਕੱਚਾ ਹੀ ਹੋਵੇ। ਅਤੇ ਜਿਉਂ ਹੀ ਬੂੰਦ ਜੀ ਪੈਂਦੀ, ਮੀਂਹ ਪੈਂਦੀ ਮੀਂਹ ਦੀ, ਅਤੇ ਉਹ ਢਲ ਜਾਂਦੀ ਨਾ। ਮਿੱਟੀ ਦੇ ਭਾਂਡੇ ਬਣੇ ਹੋਣ, ਕੋਈ ਗਲਾਸ ਬਣਾ ਲਏ, ਕੋਈ ਹਾਂਡੀ ਬਣਾ ਲਏ, ਕੋਈ ਕੁਛ ਹੋਰ ਬਣਾ ਲਏ, ਘੜਾ ਬਣਾ ਲਏ, ਕੋਈ ਚੱਪਣ ਬਣਾ ਲਏ,
पर रखे कच्चा ही ਉਹਨੂੰ मिट्टी दे। ਜਦੋਂ मीह पएगा उदों मिट्टी हो जाएगी। माटी माटी होई एक, रोवण हारे की कवन टेक। इउं काया ते मिट्टी का ही भांडा है। काया काची, काया कच्ची, कच्चा चीर हंडाए। ये कच्चे कपड़े पाई फिरदी है, ये मौत के कपड़े वस्त्र पाई फिरदी है। जिवें असीं कपड़े नहीं पाउंदे उत्ते, ये भी कच्चे ही है, बोदे ही है। इउं ये शरीर अते कच्चे चीर जणी कच्चे जिहड़े विलास भोग विलास करदा, ये भी कच्ची हंडाउंदा फिरदा, सुख भोगदा। ये भी कोई बहुते कह लो कि नाल निभण वाले ने। दूजा लागी महल ना पाए, दूजा जनी दुबदा च फसी हुई। ये जीव की काया, ये देही महल ना पाए, परमेश्वर का महल नहीं मिलना, घर नहीं लभना, डोलदी फिरेगी। आन दिन जलदी फिरै दिन राती। कहते विषय विकारां च फसी हुई जीव की यह देही आन दिन जलदी फिरै दिन राती। रोज़ रोज़ सड़दी फिरदी है, मन करके रोज़ सड़दा है। जियो तपत है बारो बार, तप तप खपै बहुत बेकार। रोज़ रोज़ तपदा जांदा, भट्ठी च पए दाणे की तरह रोज़ मन भुजदा। कबीर निर्मल बूंदे काश की, पर गई भूम बिकार। दिन संगत इउं नहीं होए गई अठशार। अन दिन जल्दी फिरै दिन राती, बिन पिर बहु दुख पावणिया। फिर पति परमेश्वर वाहिगुरू तो बिना बड़े दुख सहार दिए। दुखे नूं पैंदे आ, दिन रात जलदी फिरदी आ मन करके। ते जदों मर जांदा उदों प्रतख रूप ते शरीर जलदा बलदा। कोई मिट्टी च दब दिंदा, फिर वो मिट्टी नूं कोई चुक लैंदा। घुमियार मिट्टी मुसलमान की पेड़ा पई घुमियार। घड़ भांडे टांकियां जल्दी करे पुकार, उत्थे जलदी जल्दी सड़दी ये देही दी मिट्टी। बड़े दुख पाउंदा परमेश्वर तो बिना। देही जात ना आगे जाए। जिहड़ी चीज़ का तू मान करी बैठा ना मेरी उच्ची जात है, हंग तो उच्ची जात की भी हुंदी, नीवीं की भी हुंदी है। ये भुलेखा ही है भी उच्ची जात की होम हुंदी बंदे, नीवीं की भी हुंदी। गुरबाणी ने तो जात करके किसी बंदे नूं आंकण का हुक्म ही नहीं दिता भी कोई बंदा नीवीं जात का है तो नीवा हो गया, उच्ची जात का तो उच्चा हो गया। जाति दे हथ नहीं कुछ, बंदे दे कर्मां दे हथ है। उच्ची जात नीच जात हर जपतियां उत्तम पदवी पाए। पुछो बेदर दासी सुतै किशन उतरिया जिस कर आए। बाणी च लिखिया पे कहते बेदर एक दासी का पुत सी, पर श्री कृष्ण उन्होंने घरें उतरे, दुर्योधन के घर नहीं गए। उदाहरण बाणी च दिती। उत्तम नीवीं जात का कोई बंदा भी होवे, जदों नाम जपदा वो उच्चा ही हो जाता। भगत नामदेव नामा शींबा कबीर जुलाहा गुर पूरे ते मत पाई। जदों पूरे गुरु के चरनी लगे, फिर उन्होंने ब्रह्म ज्ञान वाली जी श्रेष्ठ मत्ती मिल गई। और साध संगत ये देही ना देही नाल जांदी। कोई बंदा आखे मैं बड़ा लम्मा आ, मैं बड़ा सोहना आ, मैं बड़ा पतला आ, मैं मोटा आ, मैं कुछ भी है, ना देही नाल जांदी, ना बंदे दी जात उच्ची ना नीवीं। कहंदे देही जात ना आगे जाए। अगे दरगाह च नहीं पई जाती, इत्थे ही रह जाती। इत्थे तां इहदा मुੱਲ पै सकदा है जात पात करके, रूप करके, पर दरगाह च नहीं। जिथे लेखा मंगिया भाई, जिथे लेखा होना तेरा धर्मराजे की कचहरी च, उत्थे नहीं नाल जानी आ। फिर उत्थे किवें छुटकारा हो? कहंदे तिथै छुटै सच कमाए। उत्थे छुटकारा तां होएगा जे सच की कमाई कीती होएगी। सतनाम
ਕਰਤਾ ਪੁਰਖ ਸੱਚ ਕੀ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਉਹ ਤਾਂ ਕੇਵਲ ਵਾਹਿਗੁਰੂ ਹੈ ਸੱਚਾ। ਜੇ ਕਿਤੇ ਉਹਦੀ ਕਮਾਈ ਕੀਤੀ ਹੋਏ ਨਾਮ ਦੀ, ਬਾਣੀ ਪੜ੍ਹੀ ਹੋਏ ਤਾਂ ਛੁਟਕਾਰਾ ਬਈ। ਸਤਿਗੁਰ ਸੇਵਨ ਸੇ ਧਨਵੰਤੇ। ਜਿਹੜੇ ਗੁਰੂ ਦੀ ਸੇਵਾ ਕਰਦੇ ਅਸਲ ਉਹੀ ਧਨ ਵਾਲੇ ਆ, ਉਹੀ ਧਨਾੜ ਹੈ ਗੁਰੂ ਦੀ ਨਜ਼ਰ 'ਚ। ਇੱਥੇ ਉੱਥੇ ਨਾਮ ਸਮਾਵਣਿਆ। ਇੱਥੇ ਇਸ ਦਰਗਾਹ 'ਚ ਵੀ ਉਹ ਨਾਮ 'ਚ ਰੰਗੇ ਰਹਿੰਦੇ, ਇਸ ਦੁਨੀਆ 'ਚ ਵੀ, ਅਤੇ ਅੱਗੇ ਅਗਲੀ ਦਰਗਾਹ 'ਚ ਵੀ ਉਹ ਨਾਮ ਵਿੱਚ ਸਮਾ ਜਾਂਦੇ। ਉਹਨਾਂ ਨੂੰ ਨਾਮ ਤੋਂ ਵੱਖਰਾ ਨਹੀਂ ਕੋਈ ਕਰਦਾ। ਭੈ ਭਾਏ ਸ਼ਿੰਗਾਰ ਬਣਾਏ। ਜਿਹੜਾ ਕੋਈ ਪ੍ਰੇਮਾ ਭਗਤੀ ਦਾ ਸ਼ਿੰਗਾਰ ਬਣਾਉਂਦਾ ਹੈ, ਪਰਮੇਸ਼ਰ ਦੇ ਰੱਬੀ ਡਰ ਨਿਰਮਲ ਭਾਵ ਵਿੱਚ ਰਹਿੰਦਾ ਹੈ, ਜੀਵਨ ਦਾ ਸ਼ਿੰਗਾਰ ਬਣਾ ਲਏ। ਗੁਰ ਪ੍ਰਸਾਦੀ ਮਹਿਲ ਘਰ ਪਾਏ। ਉਹ ਗੁਰੂ ਦੀ ਕਿਰਪਾ ਦੇ ਨਾਲ ਨਾ ਸੱਚਾ ਮਹਿਲ ਟਿਕਾਣਾ, ਆਪਣੇ ਅੰਦਰਲਾ ਹਿਰਦੇ ਦਾ ਘਰ ਮਹਾਰਾਜ ਕਹਿੰਦੇ ਪਾਏ, ਜਣੀ ਪ੍ਰਾਪਤ ਹੋ ਜਾਂਦਾ ਉਹਨੂੰ। ਉਹੀ ਉਹ ਪ੍ਰਾਪਤ ਕਰਦਾ, ਨਹੀਂ ਤੇ ਦੁਨੀਆ ਭਟਕਦੀ ਫਿਰਦੀ ਨਾਮ ਤੋਂ ਬਿਨਾਂ, ਘੁੰਮਦੀ ਫਿਰਦੀ। ਵੱਡੇ ਵੱਡੇ ਮਹਿਲ ਮਾੜੀਆਂ ਉਸਾਰਨ ਵਾਲੇ ਚਲੇ ਜਾਂਦੇ, ਪਰ ਆਖਰ ਨੂੰ ਕਿਸੇ ਕੰਮ ਨਹੀਂ। ਬਾਬਾ ਫਰੀਦ ਜੀ ਕਹਿੰਦੇ, ਫਰੀਦਾ ਮਹਿਲ ਨਿਸੱਖਣ ਰਹਿ ਗਏ, ਬਾਸਾ ਆਇਆ ਤਲ, ਗੋਰਾਂ ਸੇ ਨਿਮਾਣੀਆਂ ਬਹਿਸਣ ਰੂਹਾਂ ਮਲ। ਵੱਡੇ ਵੱਡੇ ਮਹਿਲ ਖਾਲੀ ਹੋ ਜਾਂਦੇ ਆ, ਸੱਖਣੇ ਨਿਸ਼ਚੇ ਕਰਕੇ। ਮਹਿਲ ਨਿਸੱਖਣ, ਸੱਖਣਾ ਕਹਿੰਦੇ ਖਾਲੀ ਨੂੰ, ਕਹਿੰਦੇ ਖਾਲੀ ਰਹਿ ਜਾਂਦੇ। ਤੇ ਵਾਸਾ ਆਇਆ ਤਲ, ਤੇ ਵਾਸਾ ਕਿੱਥੇ ਆਉਂਦਾ? ਥੱਲੇ ਧਰਤੀ ਤੇ। ਸੰਸਕਾਰ ਕਰਦੇ ਜਦੋਂ ਧਰਤੀ 'ਤੇ ਕਰਦੇ ਕਿ ਬੈੱਡ ਲਾ ਦਿੰਦੇ ਉੱਥੇ ਵੀ ਲਓ ਵੀ ਬਾਪੂ ਦਾ ਗੱਦਾ ਬੈੱਡ ਉੱਥੇ ਹੀ ਲੈ ਚੱਲ, ਨਾ, ਥੱਲੇ ਹੀ ਧਰਤੀ 'ਤੇ। ਮੁਸਲਮਾਨ ਤੇ ਸਗੋਂ ਧਰਤੀ ਦੇ ਵਿੱਚ ਦੱਬਦੇ ਆ, ਹੋਰ ਥੱਲੇ। ਗੋਰਾਂ ਸੇ ਨਿਮਾਣੀਆਂ ਭੈਸਣ ਰੂਹਾਂ ਮਲ। ਇਹ ਨਿਮਾਣੀਆਂ ਰੂਹਾਂ ਗੁਰਮੁਖੋ ਗੋਰਾਂ ਮੜੀਆਂ ਨੂੰ ਮੱਲੀ ਬੈਠੀਆਂ ਹੁੰਦੀਆਂ, ਫਿਰ ਕੀ ਕਰੋਗੇ? ਇਸ ਲਈ ਭਾਈ ਇਹ ਗੱਲ ਨੂੰ ਯਾਦ ਰੱਖੋ। ਮਹਾਰਾਜ ਕਹਿੰਦੇ ਜੇ ਅਸਲ ਘਰ ਲੱਭਣਾ ਪਰ ਉਹ ਹੈ ਆਪਣਾ ਪਰਮੇਸ਼ਰ ਦਾ ਘਰ, ਗੁਰੂ ਦਾ ਘਰ। ਉਹ ਗੁਰਪ੍ਰਸਾਦੀ ਮਹਿਲ ਘਰ ਪਾਏ, ਗੁਰੂ ਦੀ ਕਿਰਪਾ ਨਾਲ ਲੱਭਦਾ ਉਹ ਘਰ। ਬਾਹਰਲੇ ਮਹਿਲ ਮਾੜੀਆਂ, ਇਹਨਾਂ ਦੀ ਕੋਈ ਬਹੁਤੀ ਕੀਮਤ ਨਹੀਂ ਮੰਨੀ। ਉਹਨਾਂ ਚਿਰ ਹੈ ਜਿੰਨਾ ਚਿਰ ਤੁਹਾਡੀ ਜਾਨ ਵਿੱਚ ਜਾਨ ਹੈ ਸਰੀਰ 'ਚ, ਉਦੋਂ ਬਾਅਦ ਤੁਹਾਡੇ ਕਿਸੇ ਕੰਮ ਨਹੀਂ ਇਹ ਰਹਿ ਜਾਂਦੇ। ਇਹਨਾਂ ਦੇ ਕਾਬਜ਼ ਹੋਰ ਹੋ ਜਾਂਦੇ ਹਨ। ਇਉਂ ਸਮਝਾ ਰਹੇ ਨੇ, ਅਨ ਦਿਨ ਸਦਾ ਰਵੈ ਦਿਨ ਰਾਤੀ। ਇਸ ਲਈ ਹਮੇਸ਼ਾ ਹਰ ਰੋਜ਼ ਸਦਾ ਪਰਮੇਸ਼ਰ ਦੇ ਨਾਮ ਵਿੱਚ ਰੰਗੇ ਰਹੀਏ, ਦਿਨ ਰਾਤ ਨਾਮ ਨੂੰ ਇਕੱਠਾ ਕਰੀਏ, ਜਪੀਏ। ਮਜੀਠਾ ਰੰਗ ਬਣਾਵਣਿਆ। ਦੋ ਤਰ੍ਹਾਂ ਦਾ ਰੰਗ ਹੁੰਦਾ ਹੈ। ਇੱਕ ਕਸੁੰਬੇ ਦਾ ਰੰਗ ਹੁੰਦਾ ਜਿਹਨੂੰ ਕੱਚਾ ਰੰਗ ਕਹਿੰਦੇ ਹਨ, ਦੂਜਾ ਮਜੀਠੇ ਦਾ ਰੰਗ ਹੁੰਦਾ ਹੈ ਜਿਹਨੂੰ ਪੱਕਾ ਰੰਗ ਕਹਿੰਦੇ ਹਨ, ਉਹ ਉਤਰਦਾ ਨਹੀਂ। ਤੇ ਮੇਰੇ ਰਮਈਏ ਰੰਗ ਮਜੀਠ ਕਾ। ਪਰਮੇਸ਼ਰ ਦਾ ਨਾਮ ਹੈ ਜਿਹੜਾ ਪੱਕੇ ਰੰਗ ਵਰਗਾ ਹੈ। ਕਹਿੰਦੇ ਜਿਹੜੇ ਦਿਨ ਰਾਤ ਅਨ ਦਿਨ ਸਦਾ ਰਵੈ ਦਿਨ ਰਾਤੀ, ਮਜੀਠਾ ਰੰਗ ਬਣਾਵਣਿਆ। ਉਹ ਮਜੀਠਾ ਪੱਕਾ ਰੰਗ ਬਣਾਈ ਜਾਂਦੇ ਆ, ਤਿਆਰ ਕਰੀ ਜਾਂਦੇ ਆ। ਅਤੇ ਉਹ ਇੱਕ ਦਿਨ ਉਹਨਾਂ ਨੂੰ ਰੰਗ ਚੜ੍ਹ ਜਾਣਾ। ਕਾਇਆ ਰੰਗਣ ਜੇ ਥੀਆ ਪਿਆਰੇ, ਪਾਈਐ ਨਾਉ ਮਜੀਠ। ਰੰਗਣ ਵਾਲਾ ਜੇ ਰੰਗੈ ਸਾਹਿਬ, ਐਸਾ ਰੰਗ ਨਾ ਡੀਠ। ਜਿਨ ਕੇ ਚੋਲੇ ਰਤੜੇ ਪਿਆਰੇ, ਕੰਤ ਤਿਨਾ ਕੈ ਪਾਸ। ਧੂੜ ਤਿਨਾ ਕੀ ਜੇ ਮਿਲੈ ਜੀ ਕਹੋ। ਇੱਥੇ ਵਿਸ਼ਰਾਮ ਹੈ ਕਹੋ ਤੇ। ਕਹੋ ਦਾ ਅਰਥ ਹੈ ਨੂੰ, ਉਹਨਾਂ ਨੂੰ। ਆਪਾਂ ਕਹਿੰਦੇ ਮੇਰੇ ਕੋ ਪਾਣੀ ਦੀਜੀਏ, ਮੇਰੇ ਕੋ, ਉੱਦਾਂ ਵਰਤੀ ਦਾ ਇੱਥੇ। ਪੁਰਾਤਨ ਸੰਪਰਦਾ ਦੇ ਵਿੱਚ ਇਹੀ ਅਰਥ ਵਿਸ਼ਰਾਮ ਲਾਇਆ ਜਾਂਦਾ ਸੀ, ਪਰ ਪ੍ਰੋਫੈਸਰ ਸਾਹਿਬ ਸਿੰਘ ਜੀ ਨੇ ਪਰਲੇ ਪਾਸੇ ਨੂੰ ਲਾ ਦਿੱਤਾ। ਕਹਿੰਦੇ ਧੂੜ ਤਿੰਨਾ ਕੀ ਜੇ ਮਿਲਿਆ ਜੀ, ਕਹੋ ਨਾਨਕ ਕੀ ਅਰਦਾਸ। ਜੋ ਚਾਲ ਅਨੁਸਾਰ ਠੀਕ ਨਹੀਂ, ਦੂਜੇ ਪਾਸੇ ਅਰਥ ਵੀ ਬਣਦਾ। ਕਹਿੰਦੇ ਮੈਨੂੰ ਧੂੜ ਦੇ ਉਹਨਾਂ ਦੀ ਮੇਰੀ ਅਰਦਾਸ ਹੈ ਜਿਨ੍ਹਾਂ ਨੇ ਰੰਗ ਮਜੀਠਾ ਪੱਕਾ ਰੰਗ ਤਿਆਰ ਕਰ ਲਿਆ। ਸਭਨਾ ਪਿਰ ਵਸੈ ਸਦਾ ਨਾਲੇ। ਸਾਡੇ ਸਾਰਿਆਂ ਦੇ ਨਾਲ ਆ ਉਹ ਪਰਮੇਸ਼ਰ ਵਾਹਿਗੁਰੂ।
साढ़े तो दूर नहीं है। गुर प्रसादी को नदर निहाले, पर जिन्हां ते गुरु प्रसाद माया तरस किरपा करता है ना, वो नदर निहाले, नदर अपने नेत्रां दे नाल, गुरु की नदर दे नाल उहनूं निहाले, जिहने तक लैंदे आ, वेख लैंदे आ भी मेरे नाल ये है। मेरा प्रभ अत ऊचो ऊचा, मेरा प्रभु बहुत वड्डा उच्चा है, उच्चियां तो भी उच्चा है। वड्डे वड्डे पीर पैगंबर औली अवतार उन्हां सबनां तो उच्चा है। उच्चियां पुरियां ने जिहड़ियां ब्रह्मपुरी, शिवपुरी, विष्णुपुरी, देवपुरी, उन्हां तो भी उत्ते आ। पितरलोक, स्वर्गपुरी, इन्हां तो सब तो उत्ते आ। कर किरपा आप मिलावणिया, जिन्हां ते किरपा करदा उन्हां नूं अपने नाल मिला लैंदा। माया मोहे इहो जग सुत्ता, पर ये जगत ना जी कहते माया के मोह च इन्ना फसिया पिया कि मानो सुत्ता पिया होवे जीव जिवें। नाम विसार अंत विगुत्ता, नाम भुलाई बैठा है ते अंत नूं भुल बैठा है। खज्जल होवेगा, खुआर होवेगा, दुखी होवेगा। जिसते सुत्ता सो जागाए, गुरमत सो जी पावणिया। जिसते सुत्ता, जिहदे पासों सुत्ता पिया ना मूँह घुमा के, वो जगाए, वो जगा भी लैंदा है। वाजा मारदा, जाग भी, जाग ले हो रे मना जाग रहे। जिसते सुत्ता सो जागाए, जगा रहा हो। गुरमत सोझी पावणिया, वो सोझी पा रहा गुरु की मत दे राही। बिरले पा लेंदे है, पर जिहड़े घूक नींदे सुत्ते उठदे ही नहीं। बाबा फरीद जी कहंदे, फरीदा बाबा फरीद जी कहंदे, कूकेंदियां चागेंदियां मत्ती देंदियां नित, कूकां मार मार चीकां मार मार मत्तां दन्नियां भी जागो जागो। दसो, रोज़ आवाज़ां पै रहीआं। बाबा फरीद जी का एक शब्द होरां दा, फरीदा किड़ी पवन दी, किड़ी कहंदे आवाज़ नूं, कहंदे आवाज़ां पै रहीआं, खड़ा ना आप मुहाए, अपने आप नूं लुटाई ना जा। पर कूकेंदियां चांगेंदियां मत्ती देंदियां नित, जो शैतान वंजाया से कित फेरा चित। पर जिहड़े शैतान ने पूरे भरमा लए ना, पूरी अपने वर्गी कर ले, वो चित्त नहीं मोड़ते, उंज जगा रहा, रोज़ रोज़ आवाज़ां मार रहा। हो आवाज़ां मारदा, पर जिहड़े गुरु की मत लैंदे उन्हां नूं सोझी आ जांदी, वो जाग जांदे हन बई। बाकी सुत्ते रहिंदे आ। यहाँ समझा रहे, अपिओ पीए सो भरम गवाए। जिहड़ा अपिओ ना पीए जाण वाला, अमृत आम ना मिले, जिहड़े अमृत नूं छक लैंदे, नाम अमृत नूं, चरण अमृत नूं, खंडे दे अमृत नूं, कहंदे उन्हां दे भरम नੱਠ जांदे, ਉਹ नहीं ਵਹਿਮਾਂ ਭਰਮਾਂ 'ਚ ਪੈਂਦੇ। गुर प्रसाद मुक्त गत पाए, वो गुरु की कृपा नाल मुक्ति हासिल कर लेंदे। गत जणी चंगी अवस्था उन्होंने लभ जाती। भगती रत्ता सदा बैरागी, जिहड़ा परमेश्वर की भगती च रंगिया गया वो तो हमेशा ही बैरागी बन के रहिंदा। वड्डे भागां वाले जिन्हां च बैराग आउंदा है भोगां तो, पदार्थां तो। आप मार मिलावणिया, ਜਿਹੜੇ ਆਪੇ ਨੂੰ ਮਨ ਨੂੰ ਮਾਰ ਲੈਂਦੇ, ਗੁਰਸ਼ਬਦ ਦੀ ਮਾਰ ਲੈ, ਗੁਰਸ਼ਬਦ ਦੇ ਨਾਲ, ਤੇ ਕਹਿੰਦੇ ਫਿਰ ਉਹ ਸਾਧ ਸੰਗਤ ਪਰਮੇਸ਼ਰ ਵਿੱਚ ਮਿਲ ਵੀ ਜਾਂਦੇ ਆ। ਆਪ ਉਪਾਏ ਧੰਦਾ ਲਾਏ, ਇਹ ਦੁਨੀਆ ਤੈਂ ਪੈਦਾ ਕੀਤੀ, ਧੰਦੇ ਲਾਈ ਹੋਈ ਹੈ। ਲੱਖ 84 ਰਿਜ਼ਕ ਆਪ ਅਪੜਾਏ, ਇਹਨਾਂ ਨੂੰ ਕੰਮ ਧੰਦੇ ਜੇ ਲਾ ਕੇ ਇਹਨਾਂ ਤੱਕ ਰੋਜੀ ਪਹੁੰਚਦੀ ਕਰੀ ਜਾਣਾ। 1,84,00,000 ਜੂਨਾਂ 'ਚ ਬੇਅੰਤ ਤਰ੍ਹਾਂ ਦੇ ਜੀਵ ਨੇ, ਇਹਨਾਂ ਨੂੰ ਧੰਦੇ ਲਾ ਕੇ, ਕੰਮ ਧੰਦੇ ਲਾ ਦਿੱਤਾ, ਇਹਨਾਂ ਦੇ ਤੱਕ ਰੋਜੀ ਪਹੁੰਚਦੀ ਕਰੀ ਜਾਂਦਾ ਕੰਮ ਦੇ ਰਾਹੀਂ। ਵੀ ਤੂੰ ਆ ਕਰ, ਇਹਦੇ ਰਾਹੀਂ ਮਿਲੂ ਤੈਨੂੰ, ਇਹਦੇ ਰਾਹੀਂ। ਨਾਨਕ ਨਾਮ ਧਿਆਏ ਸੱਚ ਰਾਤੇ, ਤੇ ਦੂਜੇ ਪਾਸੇ ਜਿਹੜੇ ਸੱਚੇ ਨਾਮ ਨਾਲ ਰੰਗੇ ਗਏ ਉਹ ਤਾਂ ਨਾਮ ਹੀ ਜਪਦੇ ਆ। ਉਹਨਾਂ ਦਾ ਤੇ ਨਾਮ ਤੋਂ ਬਿਨਾਂ ਨਾਮੋ ਹੋ ਨਾਮ ਸਾਹਿਬ ਕੋ, ਫਿਰ ਕੀ ਕਹਿੰਦੇ, ਪ੍ਰਾਣ ਅਧਰਿਆ। ਉਹਨਾਂ ਦੇ ਪ੍ਰਾਣਾਂ ਦਾ, ਜ਼ਿੰਦਗੀ ਦਾ ਆਧਾਰ ਆਸਰਾ ਹੈ ਨਾਮ। ਨਾਨਕ ਨਾਮ ਧਿਆਏ ਸੱਚ ਰਾਤੇ, ਜੋ ਤਿਸ ਭਾਵੈ ਸੋ ਕਾਰ ਕਰਾਵਣਿਆ। ਫਿਰ ਉਹ ਨਾਮ ਨਾਲ ਰੰਗੇ ਹੋਏ ਜੋ ਪਰਮੇਸ਼ਰ ਨੂੰ ਪਾਉਂਦਾ ਨਾ, ਉਹ ਕੰਮ ਕਰਦੇ ਆ।
ਉਹ ਨਾਮ ਜਪਦੇ ਆ, ਬਾਣੀ ਪੜ੍ਹਦੇ ਆ, ਸੇਵਾ ਕਰਦੇ ਆ, ਸਿਮਰਨ ਕਰਦੇ ਆ, ਆਪਣੀ ਧਰਮ ਦੀ ਕਿਰਤ ਕਰਦੇ ਆ। ਇਉਂ ਫਿਰ ਉਹਨਾਂ ਦੇ ਲੋਕ ਸੁਖੀਏ ਪਰ ਲੋਕ ਸੁਹੇਲੇ ਹੋ ਜਾਂਦੇ ਅਤੇ ਸਰੀਰ ਦੇ ਮਰਨ ਤੋਂ ਪਹਿਲਾਂ ਆਪਣੀਆਂ ਮਨ ਦੀਆਂ ਵਾਸ਼ਨਾਵਾਂ ਨੂੰ ਮਾਰ ਕੇ ਗੁਰੂ 'ਚ ਅਭੇਦ ਹੋ ਜਾਂਦੇ। ਅਤੇ ਮਹਾਰਾਜ ਕਹਿੰਦੇ ਮੈਂ ਵਾਰੇ ਜਾਵਾਂ, ਉਹਨਾਂ ਤੋਂ ਬਲਿਹਾਰੇ ਜਾਵਾਂ। ਇਹ ਗੁਰੂ ਸਾਹਿਬ ਨੇ ਇਸ ਸ਼ਬਦ ਅੰਦਰ ਬਖਸ਼ਿਸ਼ ਕੀਤੀ ਹੈ ਜੀ। ਇੱਥੇ ਸ਼ਬਦ ਦੀ ਸੰਪੂਰਨਤਾ, ਸਮੇਂ ਦੀ ਸਮਾਪਤੀ, ਹੋਈਆਂ ਭੁੱਲਾਂ ਦੀ ਖਿਮਾ। ਸਮੂਹ ਸੰਗਤ ਦਾ ਧੰਨਵਾਦ। ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ।